सत श्री अकाल दोस्तों, तुम देख रहे हो बनेरा टीवी ते मैं सुखविंदर शेरगिल। असीं लगातार पंजाब दे अणसुलझे मुद्दਿਆਂ ते गलबात कर रहे हैं ते उन्हां नूं सुलझाउण दी जिहड़ी लगातार कोशिश दे विच जुटे हुए हैं। अज एक बार फिर तो एक अजिहे मुद्दे ते गल करांगे जिहड़ा कि लंबे समय तो अणसुलझिआ वो है एजुकेशन दे नाल जुड़िया होया। लगातार सरकारी कॉलेजां दे विच स्टूडेंट्स दी गिणती क्यों घट रही है ते नाल दी नाल जिहड़े रेगूलर प्रोफैसर ने उन्हां दीआं 70% जिहड़ियां पोस्टां ने वो खाली पईआं ने ते सरकारी कॉलेजां दे विच जिहड़े उच्च सिक्ख्या प्राप्त स्टूडेंट्स ने उन्हां दी बेकदरी क्यों हो रही है ते कॉलेजां दे विच ऐल्स क्यों करवाई जा रही है, इस दे पिछे की करना है, इस मुद्दे ते गलबात करांगे। ते गलबात कर लई साडे नाल जुड़ चुके ने पंजाबी यूनीवर्सिटी दे मैनेजमेंट तो प्रोफैसर रिटायर ने प्रोफैसर रण सिंह धालीवाल। सब तो पहले उन्हां दा स्वागत करदे ने। धालीवाल साहब बहुत बहुत स्वागत है जी। धन्यवाद जी, धन्यवाद ਸਰੋਤਿਆਂ ਨੂੰ ਤੁਹਾਡੇ ਰਾਹੀਂ ਇਸ ਪ੍ਰੋਗਰਾਮ ਵਿੱਚ। सत श्री अकाल, धन्यवाद जी। धालीवाल साहब, जिस तरह पिछले कुछ समय तक देखा जाता सी कि सरकारी कॉलेजां दे विच वड्डियां वड्डियां लाइनां देखियां जांदियां सी, बहुत सारियां कौंसलिंगां हुंदियां सी, उस तो बाद एडमिशनां सरकारी स्कूलां कॉलेजां दे विच मिलदियां सी। पर पिछले कुछ सालां तो जिहड़े हालात ने वो बदले ने। बहुत सारे अजिहे कॉलेज ने पंजाब दे विच जिन्हां दे विच लंबे समय तो स्टूडेंट्स नहीं आए। इस कटौती नूं तुसीं किस तरह देखदे हो? ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਨੂੰ ਦੋ ਭਾਗਾਂ 'ਚ ਵੰਡ ਲਈਏ ਆਪਾਂ ਜੀ। ਇੱਕ ਤਾਂ ਕੁਛ ਤਾਂ ਇਹਦੇ ਸਿਆਸੀ ਕਾਰਨ ਨੇ ਜੀ, ਕੁਛ ਇਹਦੇ ਐਡਮਿਨਿਸਟ੍ਰੇਟਿਵ ਤੇ ਨੀਤੀਗਤ ਕਾਰਨ ਨੇ ਜੀ। ਮੈਂ ਇਹਨੂੰ ਇਹ ਸਮਝਦਾ ਕਿ ਜਦੋਂ 1990 ਤੋਂ ਤੁਰੰਤ ਬਾਅਦ ਲਿਬਰਲਾਈਜੇਸ਼ਨ ਦੀ ਨੀਤੀ ਅਸੀਂ ਜਿਹੜੀ ਕਹਿੰਦੇ ਆ ਉਹ ਆਈ, ਉਹਦੇ ਨਾਲ ਇੱਕਦਮ ਇੰਡਸਟਰੀ ਥੋੜੀ ਜਿਹੀ ਵੱਧ ਗਈ ਜੀ। ਉਹ ਜਦੋਂ ਇੰਡਸਟਰੀ ਵਧੀ, ਇੰਡਸਟਰੀ ਦੇ ਵਿੱਚ ਜੌਬਸ ਦੀਆਂ ਜਿਹੜੇ ਮੌਕੇ ਸੀ ਉਹ ਵੀ ਵਧੇ। ਉਹਦੇ ਨਾਲ ਬਹੁਤ ਸਾਰੇ ਪ੍ਰੋਫੈਸ਼ਨਲ ਲੋਕਾਂ ਦੀ ਡਿਮਾਂਡ ਬਣ ਗਈ ਮਾਰਕੀਟ 'ਚ। MBA ਕੰਪਿਊਟਰ ਦੇ ਲੋਕ, IT ਕਹਿ ਦਿੰਦੇ ਆ ਉਹਨੂੰ, ਜਾਂ ਕੰਪਿਊਟਰ ਪ੍ਰੋਫੈਸ਼ਨਲ ਕਹਿ ਲਓ, ਉਹਨਾਂ ਦੀ ਲੋੜ ਪੈ ਗਈ। ਉਹਨਾਂ ਦੀ ਲੋੜ ਦੇ ਵਿੱਚੋਂ ਨਾਲ ਇਹ ਗੱਲ ਜੁੜ ਗਈ ਕਿ ਕਰਪਸ਼ਨ ਹੈ ਜਿਹੜੀ ਨਾ, ਇਹਦਾ ਹੋ ਗਿਆ ਕੇਂਦਰੀਕਰਨ ਜੀ। मतलब पहला की सी, मैनू इस कहने च कोई चीज़ नहीं, पहला जिहड़ी करप्शन सी हलकिਆਂ ਦੇ ਵਿੱਚੋਂ ਜਿਹੜੀ करप्शन सी ਉਹ MLA मंत्री कर ਲੈਂਦਾ ਸੀ जी। थोड़ी बहुती ਵੱਡੀ करप्शन मुख मंत्री कर ਲੈਂਦਾ ਸੀ जी। पिछले समय च की होया कि वो करप्शन का केंद्रीकरण हो गया। जिवें मैं तुहानूं कहां कि एक्साइज पॉलिसी इदां दी बन गई, सारे दे सारे ठेके पौंटी ਚੱਡੇ ਨੂੰ ते ਉਹਦੇ ਵਿੱਚੋਂ ਸਿੱਧਾ ਮੁੱਖ ਮੰਤਰੀ ਨਾਲ ਡੀਲ जी। ਆ ਜਿਹੜੇ ਇੰਪਰੂਵਮੈਂਟ ਟਰਸਟਾਂ ਦੇ ਕੋਈ ਘਰ ਘੁਰ ਬਣਾਉਂਦੇ ਸੀ, ਇਹ ਕੁਛ ਪਲਾਟ ਕੋਠੀਆਂ ਬਣਦੀਆਂ ਸੀ, ਕੱਟੇ ਜਾਂਦੇ ਸੀ, ਕਲੋਨੀਆਂ ਬਣਦੀਆਂ ਸੀ, ਉਹਦੇ ਵਿੱਚ ਸਿੱਧੀ ਪੁੱਡਾ ਆ ਗਈ। ਪੁੱਡਾ ਨੇ 3-4 ਗਲਾਡਾ, ਗਮਾਡਾ, ਲੁਧਿਆਣਾ, ਮੋਹਾਲੀ, ਪਟਿਆਲਾ ਇੱਦਾਂ ਦੀਆਂ ਏਜੰਸੀਆਂ ਬਣਾਈਆਂ। ਉਹਨਾਂ ਦੇ ਰਾਹੀਂ ਉਹ ਸਾਰੇ ਤੇ ਇੱਕ ਮੰਤਰੀ ਦੇ ਰਾਹੀਂ ਉਹ ਕਬਜ਼ਾ ਹੋ ਗਿਆ ਜੀ। ਜਿਹੜਾ ਹੋਮ ਡਿਪਾਰਟਮੈਂਟ ਸੀ ਪੁਲਿਸ ਦਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ, DC ਦਾ, ਉਹ ਜਾਂ ਮੁੱਖ ਮੰਤਰੀ ਕੋਲ ਰਿਹਾ ਜਾਂ ਮੁੱਖ ਮੰਤਰੀ ਦੇ ਪੁੱਤਰ ਕੋਲ ਰਿਹਾ ਪਿਛਲੇ ਬੜੇ ਲੰਬੇ ਸਮੇਂ ਤੋਂ ਜੀ। ਸੋ ਇਹ ਸਾਰੇ ਦੇ ਜਦੋਂ ਇਹਨਾਂ ਦਾ ਕਬਜ਼ਾ ਹੋ ਗਿਆ ਔਰ ਮੇਜਰ ਵਪਾਰ ਤੇ ਵੀ ਮੁੱਖ ਮੰਤਰੀ ਦਾ ਕਬਜ਼ਾ ਹੋ ਗਿਆ ਜੀ। ਉਸ ਦੇ ਵਿੱਚ ਕੀ ਹੋਇਆ ਕਿ ਫਿਰ ਮੰਤਰੀਆਂ ਨੂੰ ਤੇ MLA ਨੂੰ ਜਾਂ ਹੋਰ ਨੇਤਾਵਾਂ ਨੂੰ ਕੋਈ ਥਾਂ ਨਹੀਂ ਬਚਿਆ। ਆਫਟਰ ਆਲ ਦੇਖੋ, ਖਰਚੇ ਚਲਾਉਣ ਲਈ ਇਲੈਕਸ਼ਨਾਂ ਤਾਂ ਉਹਨਾਂ ਨੇ ਵੀ ਲੜਨੀਆਂ ਸੀ ਨਾ ਜੀ ਜੀ। ਤੇ ਉਹਨਾਂ ਲਈ ਇੱਕ ਨਵੀਂ ਓਪਰਚੁਨਿਟੀ ਦਿੱਤੀ ਗਈ। ਉਹ ਓਪਰਚੁਨਿਟੀ ਦੇ ਵਿੱਚ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਇੱਕਦਮ ਪ੍ਰਾਈਵੇਟ ਕਾਲਜਾਂ ਦੀ ਭਰਮਾਰ ਆ ਗਈ, ਪ੍ਰਾਈਵੇਟ ਯੂਨੀਵਰਸਿਟੀਆਂ ਦੀ, ਪ੍ਰਾਈਵੇਟ ਕਾਲਜਾਂ ਦੀ। ਪਿਛਲੇ 15 ਕੁ ਸਾਲਾਂ 'ਚ ਅੰਤਾਂ ਦੇ ਖੁੱਲੇ ਨੇ ਉਹ। ਤੇ ਉਹ ਜਿਹੜੇ ਅੰਤਾਂ ਦੇ ਖੁੱਲੇ, ਉਹਦੇ ਵਿੱਚ ਪੈਸੇ ਲਾਉਣ ਵਾਲੇ ਨੇ ਪੈਸੇ ਲਾਏ, ਜਿਹੜਾ ਇਨਵੈਸਟਰ ਸੀ, ਪਰੰਤੂ ਸਾਰੀਆਂ ਜਿਹੜੀਆਂ ਲੋੜੀਂਦੀਆਂ ਮਨਜ਼ੂਰੀਆਂ ਲੈਣੀਆਂ ਸੀ, ਅਪਰੂਵਲ ਲੈਣੀਆਂ ਸੀ, ਉਹਦੇ ਲਈ ਕਿਸੇ ਰਾਜਨੀਤਿਕ ਬੰਦੇ ਦਾ ਵਿੱਚ ਹਿੱਸਾ ਰੱਖ ਲਿਆ ਕਿ ਇਹ ਸਾਰੀਆਂ ਤੂੰ ਕਰਾ ਕੇ ਦੇਵੇਂਗਾ। ਚਾਹੇ ਇਹ ਯੂਨੀਵਰਸਿਟੀ ਤੋਂ ਕਰਾਉ, ਚਾਹੇ ਇਹ DPI ਤੋਂ ਪੰਜਾਬ ਸਰਕਾਰ ਤੋਂ ਕਰਾਉਣੀ ਹੈ, ਚਾਹੇ ਇਹ UGC ਤੋਂ ਕਰਾਉਣੀ ਹੈ, ਇਹ ਤੁਹਾਡਾ ਕੰਮ ਹੈ। ਤੇ ਮੰਤਰੀ ਦਾ ਬਿਨਾਂ ਪੈਸਿਆਂ ਤੋਂ ਹਿੱਸਾ ਹੋ ਗਿਆ ਵਿੱਚ ਜੀ। ਸੋ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਬਰਾਬਰ ਪੈਰਲਲ ਇੱਕ ਹੋਰ ਪ੍ਰਬੰਧ ਸ਼ੁਰੂ ਹੋ ਗਿਆ।
ਉਹ ਪ੍ਰਬੰਧ ਥੋੜੀ ਦੇਰ ਬੜਾ ਸਫਲਤਾਪੂਰਵਕ ਚੱਲਿਆ ਕਿਉਂ? ਉਹ ਜਿਹੜੀ ਹੁਣ ਮੈਂ ਪੁਰਾਣੀ ਗੱਲ ਨਾਲ ਜੋੜਦਾ ਕਿ ਮਾਰਕੀਟ 'ਚ ਡਿਮਾਂਡ ਆ ਗਈ MBAs ਦੀ ਤੇ ਕੰਪਿਊਟਰ ਵਾਲਿਆਂ ਦੀ। ਹਰ ਇੱਕ ਨੇ ਜਾਂ ਥਾਂ ਤੇ ਕਾਲਜ ਆਫ ਟੈਕਨੋਲੋਜੀ ਤੇ ਕਾਲਜ ਆਫ ਮੈਨੇਜਮੈਂਟ ਖੋਲ ਲਿਆ। ਤੇ ਉਹ ਸ਼ੁਰੂ 'ਚ ਜਿਹੜੇ ਉਹ ਲੋਕ ਜਿੱਦਾਂ ਦੇ ਪੜ੍ਹੇ, ਜਿੱਦਾਂ ਦੀ ਵਿੱਦਿਆ ਦਿੱਤੀ, ਕਿਉਂਕਿ ਮਾਰਕੀਟ 'ਚ ਡਿਮਾਂਡ ਸੀ, ਉਹ ਘੱਟ ਹੁਨਰ ਨਾਲ, ਘੱਟ ਸਕਿੱਲ ਨਾਲ ਵੀ ਜੌਬਸ ਦੇ ਵਿੱਚ ਇੰਪਲਾਈ ਹੋ ਗਏ ਜੀ। 3-4 ਸਾਲ 5 ਸਾਲ ਇਦਾਂ ਦਾ ਮੌਕਾ ਰਿਹਾ। ਤੇ ਹੌਲੀ ਹੌਲੀ ਕੀ ਹੋਇਆ ਕਿ ਜਦੋਂ ਉਹ ਪੋਸਟਾਂ ਭਰ ਗਈਆਂ ਤਾਂ ਅੱਗੇ ਸੈਚੂਰੇਸ਼ਨ ਆ ਗਈ। ਅੱਛਾ, ਲੋਕਾਂ ਨੂੰ ਇਹ ਪਰਸੈਪਸ਼ਨ ਬਣ ਗਈ ਕਿ MBA ਤੇ MCA ਤੇ ਕੰਪਿਊਟਰ ਤੇ IT ਕਰਕੇ ਤਾਂ ਨੌਕਰੀ ਪੱਕੀ ਮਿਲ ਜਾਣੀ ਹੈ। ਤੇ ਉਹਨਾਂ ਦੀਆਂ ਫੀਸਾਂ ਇਹ ਦੋਵੇਂ ਕੋਰਸਾਂ ਦੀਆਂ ਅੰਤਾਂ ਦੀਆਂ ਵਧਾ ਦਿੱਤੀਆਂ। ਜੇ MA ਹਿਸਟਰੀ, MA ਪੰਜਾਬੀ ਦੀ ਫੀਸ ਸੀ ਤਾਂ ਇਹ ਫੀਸ ਉਹਦੇ ਨਾਲੋਂ 10 ਤੋਂ 15 ਗੁਣਾ ਮਹਿੰਗੀ ਸੀ ਜੀ। ਅੱਛਾ, ਯੂਨੀਵਰਸਿਟੀਆਂ ਨੂੰ ਵੀ ਕੰਪੀਟੀਸ਼ਨ 'ਚ ਆ ਗਈਆਂ, ਸਰਕਾਰੀ ਕਾਲਜ ਵੀ ਕੰਪੀਟੀਸ਼ਨ 'ਚ ਆ ਗਏ। ਇਹਨਾਂ ਕੋਰਸਾਂ 'ਚ ਉਹਨਾਂ ਨੇ ਵੀ ਫੀਸਾਂ ਵਧਾ ਲਈਆਂ ਕਿਉਂਕਿ ਬਾਕੀ ਥਾਵਾਂ ਤੋਂ ਫੀਸਾਂ ਹੋਣੀਆਂ ਬੰਦ ਹੋ ਗਈਆਂ ਤੇ ਸਰਕਾਰ ਨੇ ਆਪਣਾ ਪੱਲਾ ਪਿੱਛੇ ਖਿੱਚ ਲਿਆ। ਉਹਦਾ ਕਾਰਨ ਮੋਟੇ ਰੂਪ 'ਚ ਇਹ ਹੈ ਕਿ ਜਦੋਂ ਤੁਹਾਡਾ ਜਿਹੜਾ ਮੁਕਾਬਲਾ ਹੈ ਸਰਕਾਰੀ ਕਾਲਜਾਂ ਦਾ, ਉਹ ਰਾਜਨੀਤਿਕ ਨੇਤਾਵਾਂ ਦੇ ਕਾਲਜਾਂ ਨਾਲ ਹੀ ਹੋਣਾ ਹੈ ਤਾਂ ਤੁਹਾਡੇ ਕਾਲਜ ਉਹ ਕਿਉਂ ਚੱਲਣ ਦੇਣਗੇ? ਫਿਰ ਉਹ ਬਿਲਕੁਲ ਫਿਰ ਉਹਨਾਂ ਨੇ ਇੱਕ ਗਿਣੀ ਮਿਤੀ ਸਾਜ਼ਿਸ਼ ਦੇ ਅਧੀਨ ਇਸ ਤਰ੍ਹਾਂ ਦੀ ਪਾਲਿਸੀ ਲਿਆਂਦੀ। ਉਹ ਪਾਲਿਸੀ ਦੇ ਵਿੱਚ ਇਹ ਹੋ ਗਿਆ ਕਿ ਸਰਕਾਰੀ ਕਾਲਜ ਆਪਣੇ ਸਾਧਨ ਪੈਦਾ ਕਰਨ ਤੇ ਆਪਣੇ ਸਾਧਨਾਂ ਨਾਲ ਕਾਲਜ ਚਲਾਉਣ। ਤੇ ਉਹਦੇ ਵਿੱਚ ਵਿੱਤੀ ਸਥਿਤੀ ਪੰਜਾਬੀ ਯੂਨੀਵਰਸਿਟੀ ਦੀ ਦੇਖ ਲਓ ਤੁਸੀਂ, ਹੋਰ ਯੂਨੀਵਰਸਿਟੀਆਂ ਦੀ ਵੀ ਹੈ, ਹੁਣ ਤਾਂ ਪੰਜਾਬ ਯੂਨੀਵਰਸਿਟੀ ਦੀ ਵੀ ਵਿਗੜਨ ਲੱਗ ਗਈ। ਉਹ ਕਾਲਜਾਂ ਦੀ ਇਸ ਤੋਂ ਵੀ ਜ਼ਿਆਦਾ ਵਿਗੜ ਗਈ। ਉਹ ਵਿੱਤੀ ਸਥਿਤੀ ਨੂੰ ਧਿਆਨ 'ਚ ਹੁੰਦੇ ਹੋਏ, ਦੇਖਦੇ ਹੋਏ ਸਰਕਾਰ ਨੂੰ ਲੱਗਿਆ ਕਿ ਆਪਾਂ ਇੱਥੇ ਪ੍ਰੋਫੈਸਰ ਨਾ ਭਰੋ ਤਾਂ ਸਥਿਤੀ ਹੋਰ ਵਿਗੜੂਗੀ। ਉਹ ਅੰਕੜਿਆਂ ਦੇ ਵਿੱਚ ਐਸੀ ਕਮਾਲ ਦੀ ਗੱਲ ਦਿਖਾਈ ਦੇ ਰਹੀ ਹੈ ਕਿ ਲਗਭਗ ਜਿੱਥੇ 2000 ਦੀ ਸਟਰੈਂਥ ਹੈ ਤੇ ਉੱਥੇ ਲਗਭਗ 350 ਤੋਂ ਥੋੜੇ ਜਿਹੇ ਘੱਟ ਹੋਣਗੇ, 350 ਦੇ ਆਸ-ਪਾਸ ਪ੍ਰੋਫੈਸਰ ਬਚੇ ਨੇ ਪੂਰੇ ਕਾਲਜਾਂ 'ਚ, ਸਰਕਾਰੀ ਕਾਲਜਾਂ 'ਚ ਜੀ। ਅੱਛਾ, ਜਿਹੜੇ ਪ੍ਰਾਈਵੇਟ ਕਾਲਜ ਨੇ ਉਹਨਾਂ ਨੂੰ ਜਦੋਂ ਉਹਨਾਂ ਨੂੰ ਇਹ ਚੀਜ਼ ਦਾ ਫਾਇਦਾ ਹੋਇਆ ਕਿ ਮਾਰਕੀਟ ਦੇ ਵਿੱਚ ਉਨੇ ਹੀ ਬੰਦੇ PhD ਕਰ ਗਏ, ਉਨੇ ਬੰਦੇ MPhil ਕਰ ਗਏ, ਸਰਕਾਰੀ ਨੌਕਰੀਆਂ ਨਹੀਂ ਆਈਆਂ, ਉਹਨਾਂ ਦੀ ਸਪਲਾਈ ਵੱਧ ਗਈ ਜੀ। ਸਪਲਾਈ ਵਧਣ ਨਾਲ ਜਿਹੜਾ ਮਤਲਬ ਰੈਗੂਲਰ ਲੈਕਚਰਰ, ਜਿਹਨੂੰ ਅਸੀਂ ਅਸਿਸਟੈਂਟ ਪ੍ਰੋਫੈਸਰ ਕਹਿੰਦੇ ਆ, 60 ਤੋਂ 70 ਹਜ਼ਾਰ 'ਚ ਮਿਲਦਾ ਸੀ, ਉਹ ਪ੍ਰਾਈਵੇਟ ਕਾਲਜਾਂ 'ਚ ਉਹਨੂੰ ਵਿਚਾਰੇ ਨੂੰ 25 ਹਜ਼ਾਰ 'ਚ 20 ਹਜ਼ਾਰ 'ਚ ਜਾਣਾ ਪੈ ਗਿਆ, ਮਜਬੂਰੀ ਬਸ। ਔਰ ਸਰਕਾਰ ਨੇ ਐਸਾ ਕੰਮ ਫੜਿਆ ਕਿ ਉਹਨਾਂ ਨੇ ਕੰਟਰੈਕਟ ਤੇ ਜਾਂ ਪੀਰੀਅਡ ਬੇਸ ਤੇ ਵੀ ਇੱਕ ਪੀਰੀਅਡ ਦੇ ਤੁਹਾਨੂੰ ਇੰਨੇ ਪੈਸੇ ਬੰਦੇ ਭਰਤੀ ਕਰ ਲਏ। ਹੈਰਾਨ ਹੋਵੋਗੇ ਤੁਸੀਂ, ਪਿਛਲੇ 23 ਜਾਂ 25 ਸਾਲਾਂ ਤੋਂ ਇੱਕ ਵੀ ਭਰਤੀ ਨਹੀਂ ਹੋਈ ਜੀ। ਬਿਲਕੁਲ। ਦੂਸਰਾ, ਮੈਨੂੰ ਕਹਿਣ 'ਚ ਸੰਕੋਚ ਨਹੀਂ, ਇਹ ਅਹੁਦੇ ਦੀ ਤਨਖਾਹ ਬਹੁਤ ਅੱਛੀ ਹੈ, ਬੜੀ ਸੋਹਣੀ ਤਨਖਾਹ ਮਿਲਦੀ ਹੈ ਜੇ ਅਸਿਸਟੈਂਟ ਪ੍ਰੋਫੈਸਰ ਸਰਕਾਰ 'ਚ ਲੱਗਿਆ ਹੋਵੇ। ਤੇ ਉਸ ਦੀ ਜਿਹੜੀ ਭਰਤੀ ਹੈ ਉਹ ਕਰਦਾ ਕਮਿਸ਼ਨ। ਇੰਨੀ ਤਨਖਾਹ ਵਾਲਾ DSP, PCS ਜਾਂ ਜਦੋਂ ਕੋਈ ਹੋਰ SDO, ਐਕਸੀਅਨ, AR ਕੋਆਪਰੇਟਿਵ ਮਹਿਕਮੇ ਦਾ, ਜਦੋਂ ਇਹ ਤਨਖਾਹ ਦੇ ਬਰਾਬਰ ਦੇ ਉਹ ਬੰਦੇ ਭਰਤੀ ਕਰਦੇ ਨੇ, ਆਮ ਲੋਕਾਂ ਨੂੰ ਪੁੱਛ ਕੇ ਦੇਖ ਲਓ, ਮੈਨੂੰ ਨਹੀਂ ਪਤਾ ਇਹ 'ਚ ਸੱਚ ਕੀ ਹੈ, ਸਭ ਇਹ ਕਹਿੰਦੇ ਨੇ ਕਿ ਉਹਨਾਂ ਦੀ ਬੋਲੀ ਬਹੁਤ ਚੜ੍ਹਦੀ ਹੈ। ਤੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਇਹ ਬੋਲੀ ਤੇ ਉਨੇ ਪੈਸੇ ਦੇ ਨਹੀਂ ਸਕਦੇ। ਪੈਸੇ ਕਿਉਂ ਨਹੀਂ ਦੇ ਸਕਦੇ? ਕਿਉਂਕਿ ਇਸ ਧੰਦੇ 'ਚ ਉੱਪਰੋਂ ਪੈਸੇ ਨਹੀਂ ਬਣਦੇ। ਉਹ ਜਿਹੜੀਆਂ ਜੌਬਸ ਨੇ ਨਾ, ਉਹਨਾਂ ਕੋਲੇ ਹੋਰ ਤਰ੍ਹਾਂ ਦੇ ਸਾਧਨ ਨੇ, ਉੱਥੇ ਹੋਰ ਤਰ੍ਹਾਂ ਦਾ ਕਲਾਊਟ ਹੈ, ਗਰੁੱਪ ਹੈ, ਨੇਚਰ ਆਫ ਜੌਬ ਹੋਰ ਤਰ੍ਹਾਂ ਦੀ ਹੈ। ਇਹ ਜੌਬ 'ਚ ਤਾਂ ਪੜ੍ਹਾ ਹੀ ਸਕਦਾ ਬੰਦਾ। ਹੁਣ ਤੁਸੀਂ ਸੋਚ ਕੇ ਦੇਖੋ, ਆਪਾਂ ਦੋਨਾਂ ਕਾਲਜਾਂ ਦੀ ਲੈ ਲਈਏ, ਜਿਹੜੇ ਕੰਟਰੈਕਟ ਤੇ ਰੱਖੇ ਔਰ ਇਹੋ ਜਿਹੇ ਬੰਦੇ ਨੇ ਜਿਹੜਿਆਂ ਨੂੰ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਦੀ ਮੈਂ ਗੱਲ ਦੱਸ ਦਿੰਦਾ ਵੀ ਬੰਦਿਆਂ ਨੂੰ 10-10 ਸਾਲ ਹੋ ਗਏ ਕੰਟਰੈਕਟ ਤੇ 12-14 ਹਜ਼ਾਰ ਤੇ ਕੰਮ ਕਰਦਿਆਂ ਨੂੰ ਜੀ। ਤੇ ਮਾਫ ਕਰਨਾ, ਮੈਨੂੰ ਇਹ ਗੱਲ ਕੌੜੀ ਬਹੁਤ ਲੱਗਦੀ ਹੈ, ਕੌੜੀ ਹੈ ਕਹਿਣੀ ਪਊਗੀ। ਤੇ ਫਿਰ 14 ਜਿਹੜਾ ਬੰਦਾ ਜਿਹਨੂੰ 70,000 ਜਾਂ 80,000 ਰੁਪਇਆ ਤਨਖਾਹ ਬਣਦੀ ਹੈ ਜਿਹਦੀ, ਤੇ ਜੇ ਤੁਸੀਂ ਉਹਨੂੰ 14,000 ਚ ਲਓਗੇ ਤਾਂ ਫਿਰ 14,000 ਚ ਤਾਂ ਉਹ 14,000 ਦੇ ਪੜਾਊਗਾ, ਫਿਰ 80,000 ਦਾ ਤਾਂ ਨਹੀਂ ਪੜਾਉਂਦਾ। ਬਿਲਕੁਲ। ਅੱਛਾ, ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਪ੍ਰੋਫੈਸਰਾਂ ਨੂੰ
ਕੰਟਰੈਕਟ ਤੇ ਜਿਹੜਾ ਰੱਖਿਆ ਗਿਆ ਉਹ ਜਿਹੜਾ ਛੁਪਿਆ ਹੋਇਆ ਕੰਟਰੈਕਟ ਹੋਰ ਹੀ ਤਰ੍ਹਾਂ ਦਾ ਹੈ। ਦਿਖਾਵੇ ਤੇ ਤਾਂ ਇਹ ਦੇ ਰਿਹਾ ਹੈ ਵੀ ਇਹਨਾਂ ਨੂੰ ਅਸੀਂ 14,000 15,000 ਦੇਵਾਂਗੇ ਜਾਂ 30,000 ਦੇਵਾਂਗੇ, ਸਾਡਾ ਕੰਟਰੈਕਟ ਛੁਪਿਆ ਹੋਇਆ ਹੈ। ਪ੍ਰਾਈਵੇਟ ਕਾਲਜਾਂ 'ਚ ਕੰਟਰੈਕਟ ਛੁਪਿਆ ਨਹੀਂ। ਪ੍ਰਾਈਵੇਟ ਕਾਲਜਾਂ ਦੇ ਵਿੱਚ ਇਹ ਕੰਟਰੈਕਟ ਇਦਾਂ ਦਾ ਹੈ ਕਿ ਤੁਸੀਂ ਜਿੰਨੇ ਬੱਚੇ ਦਾਖਲ ਕਰਾਓਗੇ ਉਹਦੇ ਹਿਸਾਬ ਨਾਲ ਤੁਹਾਡੀ ਤਨਖਾਹ ਹੋਏਗੀ। ਜਿੰਨੀਆਂ ਫੀਸਾਂ ਹੋਣਗੀਆਂ ਉਹਦੇ ਨਾਲ ਪਰਸੈਂਟੇਜ ਹੋਊਗੀ। ਜਿਵੇਂ ਆ ਪਨ ਬੱਸ ਚੱਲਦੀ ਆ ਨਾ, ਇਹਨਾਂ ਬੱਸਾਂ 'ਚ ਨਾ ਵੀ ਕਨੈਕਟਰ ਜਿੰਨੇ ਪੈਸੇ ਕਮਾ ਕੇ ਦੇਗਾ ਉਹ 'ਚ ਉਹਦੇ ਹਿਸਾਬ ਨਾਲ ਹਿੱਸਾ ਹੋਏਗਾ। ਤੇ ਹੁਣ ਮੈਨੂੰ ਦੱਸੋ ਕਿ ਉਹ ਜਿਹੜਾ ਵਿਚਾਰਾ ਅਸਿਸਟੈਂਟ ਪ੍ਰੋਫੈਸਰ ਹੈ ਉਹ ਆਪਦੇ ਲੈਕਚਰ ਦੀ ਤਿਆਰੀ ਕਰੇ ਕਿ ਪਿੰਡਾਂ 'ਚ ਬੱਚੇ ਲੱਭਦਾ ਫਿਰੇ ਵੀ ਜਿਹੜਾ ਦਾਖਲ ਕਰਾਉਣਾ ਹੈ, ਜਾਂ ਉਹ ਆਪਣੀ ਫਰਦਰ ਜਿਹੜੀ ਸਟੱਡੀ ਹੈ ਉਹਨੂੰ ਅੱਗੇ ਵਧਾਵੇ, 4 ਕਿਤਾਬਾਂ ਅੱਗੇ ਪੜ੍ਹੇ। ਉਹਦੇ ਤੇ ਐਡਾ ਵੱਡਾ ਚੈਲੰਜ ਆ ਗਿਆ, ਨਹੀਂ ਉਹਨੂੰ ਉਹ 10 15 20 ਹਜ਼ਾਰ ਦੀ ਜਿਹੜੀ ਜੌਬ ਹੈ ਉਹਦੀ ਉਹ ਵੀ ਜਾਂਦੀ ਹੈ। 10-10 ਸਾਲਾਂ ਬਾਅਦ ਉਹਨਾਂ ਨੂੰ ਉਹਦੇ ਮੂਹਰੇ ਉੱਠਦੇ ਬੁੱਲ ਵਾਂਗੂ ਇੱਕ ਲਾਲਚ ਪਾਤਾ ਵੀ ਐਤਕੀ ਤੇਰਾ 200 ਵਧਾ ਦਾਂਗੇ, ਐਤਕੀ ਤੇਰਾ 300 ਵਧਾ ਦਾਂਗੇ, ਜੇ ਬੱਚੇ ਜ਼ਿਆਦਾ ਲਿਆਵੇਂਗਾ 500 ਵਧਾ ਦਾਂਗੇ। ਮੈਂ ਇਹ ਸਮਝਦਾ ਕਿ ਇਹਦਾ ਮੇਜਰ ਕਾਰਨ ਇੱਕ ਤਾਂ ਇਹ ਹੋ ਗਿਆ ਕਿ ਸਰਕਾਰ ਦੀ ਨੀਤੀ ਹੈ। ਸਰਕਾਰ ਚਾਹੁੰਦੀ ਹੈ ਕਿ ਸਰਕਾਰੀ ਅਦਾਰਿਆਂ ਨੂੰ ਫੇਲ ਕਰਕੇ ਜਿੰਨੇ ਕੁ ਵਿਦਿਆਰਥੀ ਹੈਗੇ ਨੇ ਇਹ ਪ੍ਰਾਈਵੇਟ ਇੰਸਟੀਟਿਊਸ਼ਨ 'ਚ ਚਲੇ ਜਾਣ, ਤਾਂ ਕਿ ਹੁਣ ਤੁਹਾਡੇ ਸਾਹਮਣੇ ਤੁਸੀਂ ਦੇਖੋ ਪ੍ਰਾਈਵੇਟ ਯੂਨੀਵਰਸਿਟੀਆਂ ਨੇ, ਚੰਡੀਗੜ੍ਹ ਯੂਨੀਵਰਸਿਟੀ, ਫਲਾਣੀ ਯੂਨੀਵਰਸਿਟੀ, ਉਹ ਯੂਨੀਵਰਸਿਟੀਆਂ ਬੜੀਆਂ ਜ਼ੋਰਾਂ ਨਾਲ ਚੱਲੀ ਜਾ ਰਹੀਆਂ ਨੇ। ਉੱਥੇ ਵਿਦਿਆਰਥੀਆਂ ਦੀ ਗਿਣਤੀ ਵਧੀ ਜਾ ਰਹੀ ਹੈ। ਉਹ ਵਧੀ ਕਿਉਂ ਜਾ ਰਹੀ ਹੈ? ਉੱਥੇ ਇਹ ਹੈ ਕਿ ਉਹ ਜ਼ੋਰ ਲਾਉਂਦੇ ਨੇ, ਪ੍ਰਾਈਵੇਟ ਕੰਪਨੀਆਂ ਨੂੰ ਲੈ ਆਉਂਦੇ ਨੇ, ਉੱਥੇ ਉਹਨਾਂ ਦੀ ਉਹ ਪਲੇਸਮੈਂਟ ਕਰਾਉਣ 'ਚ ਕਾਮਯਾਬ ਹੋ ਜਾਂਦੇ ਨੇ। ਤੇ ਲੋਕਾਂ ਨੂੰ ਇਹ ਲੱਗਦਾ ਕਿ ਜੇ ਸਾਡੇ ਬੱਚੇ ਨੂੰ ਛੋਟੀ ਮੋਟੀ ਨੌਕਰੀ ਮਿਲ ਜੇ, ਚੱਲ ਵੱਧ ਫੀਸ ਵੀ ਦੇ ਦਾਂਗੇ, ਕੋਈ ਗੱਲ ਨਹੀਂ, ਲੋਕ ਉੱਥੇ ਭਰਤੀ ਹੋ ਜਾਂਦੇ ਨੇ। ਜਿਹੜੇ ਸਰਕਾਰੀ ਅਦਾਰਿਆਂ 'ਚ ਹੈ, ਸਰਕਾਰੀ ਅਦਾਰਿਆਂ 'ਚ ਮਾਫ ਕਰਨਾ, ਜਿਹੜੇ ਤਾਂ ਟੀਚਰ ਪੱਕੇ ਤੌਰ ਤੇ ਨੌਕਰੀ ਲੱਗ ਗਏ, ਉਹਨਾਂ ਨੂੰ ਇਹ ਲੱਗਦਾ ਕਿ ਤਨਖਾਹ ਤਾਂ ਸਾਨੂੰ ਪੂਰੀ ਮਿਲ ਰਹੀ ਹੈ ਪਰ ਸੁਵਿਧਾਵਾਂ ਸਾਨੂੰ ਨਹੀਂ ਮਿਲ ਰਹੀਆਂ। ਸੁਵਿਧਾਵਾਂ ਜਿਵੇਂ ਮੈਂ ਯੂਨੀਵਰਸਿਟੀ ਦੀ ਗੱਲ ਕਰਾਂ ਬਈ ਹੁਣ ਵੀ ਲਗਭਗ 2 ਤੋਂ 3 ਮਹੀਨੇ ਤਨਖਾਹ ਹੈ ਜਿਹੜੀ ਲੇਟ ਚੱਲ ਰਹੀ ਹੈ। ਮਤਲਬ ਪਿਛਲੇ 2 ਮਹੀਨੇ ਲੰਘ ਗਏ, ਤੀਜਾ ਸ਼ੁਰੂ ਹੋ ਗਿਆ, ਤਨਖਾਹ ਹੀ ਨਹੀਂ ਮਿਲੀ। ਸੋ ਹੁਣ ਉਹ ਕੰਮ ਕਰਨ ਕਿ ਕੀ ਕਰਨ, ਉਹਨਾਂ ਤੇ ਆਪਣਾ ਪ੍ਰੈਸ਼ਰ ਆ ਗਿਆ। ਦੂਸਰਾ ਇਹੋ ਜਿਹੇ ਪ੍ਰੈਸ਼ਰ 'ਚ ਹਰ ਇੱਕ ਬੰਦੇ ਨੂੰ ਅਲਟਰਨੇਟਿਵ ਜੌਬ ਲੱਭਣ ਦੀ ਹੋ ਗਈ ਵੀ ਯਾਰ ਫਿਰ ਆਪਾਂ ਹੋਰ ਕੰਮ ਦੇਖੀਏ, ਕਿਸੇ ਹੋਰ ਯੂਨੀਵਰਸਿਟੀ 'ਚ ਜੌਬ ਲੱਭ ਲਈਏ, ਮਿਲੇ ਜਾਂ ਨਾ ਮਿਲੇ। ਜਿਹੜੇ ਵੱਡੇ ਅਦਾਰੇ ਨੇ ਜਿੱਥੇ ਤਨਖਾਹਾਂ ਥੋੜ੍ਹੀਆਂ ਜਿਹੀਆਂ ਠੀਕ ਮਿਲਦੀਆਂ ਨੇ, ਉਹਨਾਂ ਨੇ ਸਕੂਲਾਂ ਵਾਲਾ ਸਿਸਟਮ ਫੜ ਲਿਆ ਕਿ ਅਸੀਂ ਪੱਕਾ ਇੱਕ ਪ੍ਰੋਫੈਸਰ ਤਾਂ ਰੱਖਾਂਗੇ ਜੇ ਤੁਸੀਂ ਇੰਨੀ ਜਿਹੜੀ ਲੱਖਾਂ 'ਚ ਹੈ ਇੰਨੀ ਡੋਨੇਸ਼ਨ ਦੇ ਦਿਓ। ਮਤਲਬ ਉਹ ਹੈ ਉਹ ਵੀ ਰਿਸ਼ਵਤ ਇੱਧਰ ਟੇਢੇ ਤਰੀਕੇ ਨਾਲ ਹੈ ਕਿ ਉਹਦੀ ਰਸੀਦ ਤੁਹਾਡੇ ਨਾਂ ਤੇ ਨਹੀਂ, ਤੁਹਾਡੇ ਫਾਦਰ ਦੇ ਨਾਂ ਤੇ ਕੱਟਾਂਗੇ ਤੇ ਤੁਹਾਨੂੰ ਪੱਕਾ ਰੱਖ ਲਾਂਗੇ, ਤੇ ਹੈ ਉਹ ਵੀ ਰਿਸ਼ਵਤੀ। ਸੋ ਇਸ ਤਰ੍ਹਾਂ ਕਰਕੇ ਜਿਹੜੀ ਇਹ ਹਫੜਾ ਦਫੜੀ ਪਈ ਹੈ, ਮਾਫ ਕਰਨਾ ਤੁਸੀਂ ਵੀ ਇੱਕ ਅਦਾਰੇ 'ਚ ਕੰਮ ਕਰਦੇ ਹੋ, ਤੇ ਪੰਜਾਬੀ 'ਚ ਇੱਕ ਕਹਾਵਤ ਹੈ, ਜਿੰਨਾ ਗੁੜ ਪਾਓਗੇ ਉਨਾ ਹੀ ਮਿੱਠਾ ਹੋਊਗਾ। ਜੇ ਤੁਹਾਨੂੰ ਤੁਹਾਡੀ ਯੋਗਤਾ ਮੁਤਾਬਕ ਭੱਤਾ ਮਿਲਦਾ, ਪੈਸੇ ਮਿਲਦੇ ਨੇ, ਤਾਂ ਤੁਸੀਂ ਉੱਦਾਂ ਦਾ ਕੰਮ ਕਰੋਗੇ, ਤੇ ਜੇ ਉੱਦਾਂ ਨਹੀਂ ਮਿਲਦਾ, ਉਹ ਇੱਕ ਬੜੀ ਸੋਹਣੀ ਅੰਗਰੇਜ਼ੀ ਦੀ ਚੁਟਕਲਾ ਆਇਆ ਸੀ। ਉਹ ਟੀਚਰ ਕਹਿੰਦਾ ਬੱਚੇ ਨੂੰ, ਕਹਿੰਦਾ ਪੜ੍ਹਾ ਰਿਹਾ ਹੈ, ਕਹਿੰਦਾ CUP ਸੱਪ। ਦੂਸਰਾ ਵਿਅਕਤੀ ਪੁੱਛਦਾ, ਕਹਿੰਦਾ ਵੀ ਇਹ CUP ਤਾਂ ਕੱਪ ਹੁੰਦਾ, ਸੱਪ ਕਿਉਂ? ਕਹਿੰਦਾ ਇੰਨੇ ਪੈਸਿਆਂ 'ਚ ਤਾਂ ਮੈਂ ਸੱਪ ਹੀ ਪੜ੍ਹਾਊਂਗਾ, ਇੰਨੇ ਪੈਸਿਆਂ 'ਚ ਨਹੀਂ ਮੈਂ ਕੱਪ ਪੜ੍ਹਾਉਣਾ। ਸੋ ਇਹਨੂੰ ਜੇ ਆਪਾਂ ਦੇਖੀਏ ਨਾ, ਮੋਟੇ ਰੂਪ 'ਚ 2 ਕਾਰਨ ਨੇ। ਇੱਕ ਪ੍ਰਬੰਧਕੀ ਢਾਂਚੇ ਨੇ ਇਹ ਸਿਸਟਮ ਤੇ ਸੱਟ ਮਾਰੀ ਹੈ ਜਾਣ ਬੁੱਝ ਕੇ, ਤੇ ਉਹ ਸੱਟ ਮਾਰਨ ਦੇ ਵਿੱਚ ਐਸੀ ਤਰੀਕੇ ਨਾਲ ਕਰਿਆ ਹੈ ਇਹ ਵੀ ਤਾਂ ਕਿ ਕੋਈ ਰੌਲਾ ਨਾ ਪਵੇ। ਜਿਵੇਂ DPI ਕਾਲਜਸ ਦਾ ਇੱਕ ਉਹਦਾ ਹੁੰਦਾ ਸੀ, ਕੋਈ ਵੀ ਰਿਟਾਇਰਡ ਪ੍ਰਿੰਸੀਪਲ DPI ਕਾਲਜ ਸੀਨੀਅਰ ਪ੍ਰਿੰਸੀਪਲ ਉਹ ਉੱਪਰਲੇ 2-3 ਚੋਂ DPI ਕਾਲਜ 'ਚ ਬਣ ਜਾਂਦਾ ਸੀ। DPI ਸਕੂਲ 'ਚ ਸਕੂਲਾਂ ਵਾਲਿਆਂ 'ਚੋਂ ਬਣ ਜਾਂਦਾ ਸੀ। ਹੁਣ ਉੱਥੇ ਵੀ ਪੱਕਾ ਕਰਤਾ ਜੀ ਵੀ ਨਹੀਂ ਜੀ IAS ਲਾ ਦਿਓ। IAS ਕਿਉਂ ਲਾ ਦਿਓ? IAS ਕੋਈ ਮਾੜੇ ਬੰਦੇ ਨਹੀਂ ਹੁੰਦੇ, ਪਰ ਉਹਨਾਂ ਦੀ ਮਜਬੂਰੀ ਇਹ ਹੈ ਕਿ ਜਿਹੜਾ IAS ਉੱਥੇ ਦਮ ਦਿਖਾਊਗਾ ਟ੍ਰਾਂਸਫਰ ਕਰਕੇ ਹੋਰ ਨੂੰ ਲਾ ਦਿਓ। ਪਹਿਲਾਂ ਇਹ ਸੀ ਕਿ ਜਿਹੜਾ ਇੱਕ ਸੀਨੀਅਰ ਪ੍ਰਿੰਸੀਪਲ DPI ਪ੍ਰਮੋਟ ਹੋ ਗਿਆ, ਮੰਨ ਲਓ ਉਹਦੇ 3 ਸਾਲ ਰਹਿੰਦੇ ਨੇ, ਹੁਣ 3 ਸਾਲ ਉਹਦੀ ਬਦਲੀ ਨਹੀਂ ਸੀ ਹੁੰਦੀ, 3 ਸਾਲ ਉਹ DPI ਰਹਿੰਦਾ ਸੀ। ਫਿਰ ਉਹ ਦਮ ਵੀ ਦਿਖਾਉਂਦਾ ਸੀ ਵੀ ਫਿਰ ਉਹ ਕਨਸਟੀਟਿਊਸ਼ਨ ਵੀ ਦਿਖਾਉਂਦਾ ਸੀ, ਉਹ ਨਿਯਮ ਵੀ ਦਿਖਾਉਂਦਾ ਸੀ ਸਰਕਾਰ ਨੂੰ, ਸੈਕਟਰੀ ਨੂੰ, ਵੀ ਨਹੀਂ ਸਰ ਆਹ ਨਿਯਮ ਹੈ। ਹੁਣ ਜੇ ਕੋਈ IAS ਨਿਯਮ ਦਿਖਾਉਂਦਾ ਹੈ
ਫਿਰ ਤੀਸਰੇ ਦਿਨ ਕਿਉਂਕਿ ਆਈਐਸ ਦਾ ਉਹ ਤਾਂ ਉਹਨਾਂ ਦੇ ਅਧਿਕਾਰ 'ਚ ਹੈ, ਉਹਦੀ ਤਾਂ ਇਮੀਡੀਏਟ ਬਦਲੀ ਕਰਕੇ ਤੁਰੰਤ ਕਿਹਾ ਜਾਂਦਾ ਕਿ ਇਹਦਾ ਅਮਲ ਹੁਣੀ ਕੀਤਾ ਜਾਵੇ, ਅਗਲੇ ਨੂੰ ਚਾਰਜ ਦੇ ਕੇ ਦੱਸਿਆ ਜਾਵੇ। ਸੋ ਇਸ ਕਰਕੇ ਸਰਕਾਰ ਦੇ ਕੋਲ ਉਹ ਗਰਦਨ ਮਰੋੜਨ ਦਾ ਤਰੀਕਾ ਐਸਾ ਵਧੀਆ ਆ ਗਿਆ ਜਿਹਦੇ ਵਿੱਚ ਇਸ ਤਰ੍ਹਾਂ ਇਹ ਸਿਸਟਮ ਨੂੰ ਕੁਰਾਹੇ ਪਾ ਕੇ ਜਾਂ ਆਪਦੇ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਉਹਦੇ ਮੁਤਾਬਕ ਚਲਾਇਆ ਜਾ ਰਿਹਾ ਹੈ, ਉਹ ਚੱਲ ਰਿਹਾ ਹੈ। ਤੇ ਦੂਸਰਾ, ਯੂਨੀਵਰਸਿਟੀਆਂ ਦੇ ਵਿੱਚ, ਸਾਡੀ ਯੂਨੀਵਰਸਿਟੀ ਵੀ ਇਹ ਹਾਲ ਹੈ, ਹੋਰ ਯੂਨੀਵਰਸਿਟੀਆਂ 'ਚ ਵੀ ਵਾਈਸ ਚਾਂਸਲਰ ਸਰਕਾਰ ਲਾਉਂਦੀ ਹੈ ਤੇ ਵਾਈਸ ਚਾਂਸਲਰ ਨੂੰ ਇਹ ਕਹਿੰਦੀ ਹੈ ਵੀ ਤੇਰੀ ਮਦਦ ਅਸੀਂ ਕਰਨੀ ਨਹੀਂ, ਵਿੱਤੀ ਸਹਾਇਤਾ ਤੈਨੂੰ ਦੇਣੀ ਨਹੀਂ। ਜਦੋਂ ਵਿੱਤੀ ਸਹਾਇਤਾ ਨਹੀਂ ਮਿਲਣੀ ਤਾਂ ਯੂਨੀਵਰਸਿਟੀਆਂ ਦੇ ਵਿੱਚ ਬੇਚੈਨੀ ਹੋਊਗੀ, ਜਿਹਨੂੰ ਅਨਰੈਸਟ ਕਹਿੰਦੇ ਆ ਨਾ, ਉਹ ਬੇਚੈਨੀ ਜਦੋਂ ਹੋਊਗੀ, ਬੇਚੈਨੀ ਵੀਸੀ ਦੇ ਖਿਲਾਫ ਹੈ, ਵੀਸੀ ਦੇ ਖਿਲਾਫ ਬੇਚੈਨੀ ਹੋਣ ਤੇ ਵੀਸੀ ਬਦਲ ਦਿੱਤਾ ਜਾਂਦਾ ਹੈ। ਉਹਦੇ ਨਾਲ ਲੋਕਾਂ ਤੋਂ ਇਹ ਕਹਾਇਆ ਜਾ ਰਿਹਾ ਹੈ ਤਾਂ ਕਿ ਆਮ ਪਬਲਿਕ ਉਸ ਅਦਾਰੇ ਦੀ ਮੁਲਾਜ਼ਮ ਇਹ ਕਹਿਣ ਲੱਗ ਜਾਣ ਵੀ ਇਹਦੇ ਨਾਲੋਂ ਤਾਂ ਇਹਨੂੰ ਬੰਦ ਹੀ ਕਰ ਦੋ, ਤੇ ਸਰਕਾਰ ਮੌਕਾ ਭਾਲ ਰਹੀ ਆ ਵੀ ਜੇ ਚੰਗਾ ਫਿਰ ਬੰਦ ਹੀ ਕਰ ਦਿੰਦੇ ਇਹਨੂੰ। ਸੋ ਇਸ ਕਿਸਮ ਨਾਲ ਇਹਨੂੰ ਦੋ ਤਰੀਕਿਆਂ ਨਾਲ ਇਹ ਤੇ ਮਾਰ ਮਾਰੀ ਹੈ। ਇਹ ਸਾਰੇ ਅਦਾਰਿਆਂ ਨੂੰ ਇੱਕ ਕਾਰਨ ਰਾਜਨੀਤਿਕ ਲੋਕਾਂ ਦਾ ਆਪਦਾ ਇੰਟਰਸਟ, ਪੈਰਲਲ ਉਹਨਾਂ ਨੇ ਆਪਦੇ ਇੰਸਟੀਚਿਊਟ ਖੋਲੇ ਹੋਏ। ਕਿਸੇ ਦਾ ਮੈਂ ਤੁਹਾਨੂੰ ਨਾਂ ਲੈ ਕੇ ਦੱਸ ਦੇਣਾ, ਕੋਈ ਇੰਸਟੀਚਿਊਟ ਦੱਸ ਦਿਓ ਮੈਨੂੰ ਵੀ ਕੋਈ ਕਾਲਜ ਹੈ ਜਿਹੜਾ, ਚਾਹੇ ਉਹ 'ਚ ਅਕਾਲੀ ਰਾਜਨੀਤੀ ਵਾਲੇ ਦਾ ਹਿੱਸਾ ਹੈ, ਚਾਹੇ ਉਹ ਕਾਂਗਰਸੀ ਦਾ ਹੈ, ਔਰ ਕਈ ਥਾਵਾਂ ਤੇ ਦੋਵਾਂ ਦਾ ਹੈ। ਮਤਲਬ ਬਹੁਤ ਸਾਰੀਆਂ ਸੰਸਥਾਵਾਂ ਇਦਾਂ ਦੇ ਵੀ ਦੋਵਾਂ ਦਾ ਵੀ ਹਿੱਸਾ ਹੈ ਉਹ 'ਚ। ਸੋ ਇਸ ਕਰਕੇ ਉਹ ਰਾਜਨੀਤੀ ਦੇ ਦਬਾਅ ਥੱਲੇ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਿਵੇਂ DPI ਕਾਲਜਸ ਦਾ ਅਹੁਦਾ ਅਹਿਮ ਹੋ ਗਿਆ ਸਰਕਾਰ ਲਈ, ਪਹਿਲਾਂ ਉਹ ਯੂਨੀਵਰਸਿਟੀਆਂ ਲਈ, ਕਾਲਜਾਂ ਲਈ ਅਹਿਮ ਸੀ, ਸਰਕਾਰ ਲਈ ਅਹਿਮ ਨਹੀਂ ਸੀ, ਹੁਣ ਉਹ ਸਰਕਾਰ ਲਈ ਅਹਿਮ ਹੈ। ਇਸ ਤਰ੍ਹਾਂ ਯੂਨੀਵਰਸਿਟੀਆਂ ਦੇ ਵਿੱਚ ਸਾਡੇ ਵਾਈਸ ਚਾਂਸਲਰ ਦੇ ਬਰਾਬਰ ਦਾ ਅਹੁਦਾ ਡੀਨ ਕਾਲਜਸ ਦਾ ਹੋ ਗਿਆ, ਕਿਉਂਕਿ ਡੀਨ ਕਾਲਜਸ ਦਾ ਜਿਹੜਾ ਅਹੁਦਾ ਹੈ, ਸਾਰੇ ਕਾਲਜਾਂ ਨੂੰ ਅਪਰੂਵਲਾਂ ਦੇਣੀਆਂ, ਠੀਕ ਕਰਨੀ, ਕੋਈ ਫਾਈਲ ਕੱਢਣੀ, ਕੋਈ ਫਾਈਲ ਰਿਕਣੀ, ਨਿਯਮਾਂ ਮੁਤਾਬਕ ਹੈ ਕਿ ਨਹੀਂ ਹੈ। ਪਹਿਲਾਂ ਡੀਨ ਕਾਲਜਸ ਦੇ ਵੀ ਜਿਹੜੇ ਅਹੁਦੇ ਸੀ, ਇਸ ਤੇ ਪੱਕਾ ਬੰਦਾ ਭਰਤੀ ਕੀਤਾ ਜਾਂਦਾ ਸੀ, ਕੋਈ ਸੀਨੀਅਰ ਬੰਦਾ ਹੋਇਆ ਵੀ 5 ਸਾਲ ਉਹਦੀ ਉਮਰ ਰਹਿੰਦੀ ਹੈ ਰਿਟਾਇਰਮੈਂਟ 'ਚ ਕਿ ਡੀਨ ਕਾਲਜ ਹੋਏਗਾ। ਹੁਣ ਇੱਥੇ ਵੀ ਸਰਕਾਰ ਨੇ ਆਪਦੀ ਸਿਫਾਰਿਸ਼ ਨਾਲ ਵਾਈਸ ਚਾਂਸਲਰ ਨੂੰ ਕਿਹਾ ਜਾਂਦਾ ਹੈ ਕਿ ਇਹ ਬੰਦੇ ਨੂੰ ਲਾ ਦਿਓ, ਤੇ ਉਹਨੂੰ ਇਹ ਉਹਦਾ ਪੱਤਰ ਨਿਕਲਦਾ ਕਿ ਅਗਲੇ ਹੁਕਮਾਂ ਤੱਕ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਡੀਨ ਕਾਲਜ 'ਚ ਹੋਣਗੇ। ਤਲਵਾਰ ਲਟਕਦੀ ਦੀ ਲਟਕਦੀ, ਇੱਕ ਫਾਈਲ ਜੇ ਮੈਂ ਸਰਕਾਰ ਦੇ ਮੁਤਾਬਕ ਨਾ ਕੀਤੀ, ਦੂਜੇ ਦਿਨ ਫੋਨ ਆ ਜਾਣਾ ਮੈਂ ਡੀਨ ਕਾਲਜ 'ਚ ਨਹੀਂ ਰਹੂੰਗਾ। ਸੋ ਮੈਨੂੰ ਇਹ ਲੱਗਦਾ ਵੀ ਇੱਕ ਤਾਂ ਸਰਕਾਰ ਤੇ ਰਾਜਨੀਤੀਵਾਨਾਂ ਨੇ ਆਪਦੇ ਸੌੜੇ ਹਿੱਤਾਂ ਲਈ ਇਹ ਸਰਕਾਰੀ ਸਿਸਟਮ ਨੂੰ ਫੇਲ ਕੀਤਾ ਤਾਂ ਕਿ ਸਾਡੇ ਅਦਾਰੇ ਕਾਮਯਾਬ ਹੋ ਜਾਣ। ਦੂਸਰਾ, ਵਿੱਤੀ ਪੱਧਰ ਤੇ ਜਿਹੜੇ ਫੈਸਲਾ ਕੁਨ ਅਹੁਦਿਆਂ ਤੇ ਲੋਕ ਬੈਠੇ ਨੇ, ਬਿਊਰੋਕਰੈਟਸ, ਉਹਨਾਂ ਨੂੰ ਇਹ ਹਦਾਇਤ ਹੈ ਕਿ ਇਹਨਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਦੇਣੀ। ਜਦੋਂ ਵਿੱਤੀ ਸਹਾਇਤਾ ਨਹੀਂ ਦੇਣਗੇ ਤਾਂ ਆਟੋਮੈਟਿਕਲੀ ਉਹ ਫੇਲ ਹੋ ਜਾਣਗੇ। ਤੀਜਾ, ਕਿ ਇੱਕ ਐਸਾ ਪ੍ਰਬੰਧ ਕਰੋ ਕਿ ਸਰਕਾਰੀ ਅਦਾਰਿਆਂ ਦੇ ਵਿੱਚ ਟੈਲੈਂਟ ਨਾ ਜਾਵੇ, ਬਹੁਤ ਵਧੀਆ ਲੋਕ ਨਾ ਜਾਣ ਤਾਂ ਕਿ ਉੱਥੇ ਪੜ੍ਹਾਈ ਵਧੀਆ ਹੋਵੇ। ਉਹ ਵਧੀਆ ਲੋਕ ਕਿਵੇਂ ਨਹੀਂ ਜਾਣਗੇ? ਰੈਗੂਲਰ ਭਰਤੀ ਨਾ ਕਰੋ, ਕੰਟਰੈਕਟ ਤੇ ਭਰਤੀ ਕਰ ਲਓ 15,000 20,000 ਤੇ। ਉਹ 15-20,000 ਵਾਲਾ ਵਿਚਾਰਾ ਫਿਰ ਉਹ ਕੀ ਕਰੇ? ਉਹ ਤਾਂ 15-20,000 ਵਾਲਾ ਤੇ ਉਹਨੇ ਪੈਸਿਆਂ ਦੇ ਪੜਾਊਗਾ। ਸੋ ਮੈਨੂੰ ਇਹ ਲੱਗਦਾ ਵੀ ਇਹ ਤਿੰਨ ਜਿਹੜੇ ਬਹੁਤ ਅਹਿਮ ਮੁੱਦੇ ਨੇ, ਜਿਨ੍ਹਾਂ ਕਰਕੇ ਜਾਣ ਬੁੱਝ ਕੇ ਸਰਕਾਰ ਨੇ ਜਿਹੜੀ ਉੱਚ ਸਿੱਖਿਆ ਸਾਡੀ ਉਹ ਤੇ ਬਹੁਤ ਸੱਟ ਮਾਰੀ ਹੈ। ਫਿਰ ਵੀ ਇਸ ਤੋਂ ਇੱਕ ਜਿਹੜਾ ਹਟ ਕੇ ਮੁੱਦਾ ਹੈ ਉਹ ਹੈ ਆ ਵਿਦੇਸ਼ ਜਾਣ ਵਾਲਾ। ਵਿਦੇਸ਼ ਜਾਣ ਵਾਲੇ ਚੱਕਰ 'ਚ ਜਦੋਂ ਸਾਨੂੰ ਲੱਗਿਆ MBA ਤੇ MCA ਤੇ ਕੰਪਿਊਟਰ, ਬਾਕੀ ਅਦਾਰਿਆਂ 'ਚ ਤਾਂ ਲੱਗਿਆ ਵੀ ਉਹਨਾਂ ਪੜ੍ਹਾਈ ਦਾ ਕੋਈ ਫਾਇਦਾ ਹੀ ਨਹੀਂ, ਜਿਹਦੇ ਨਾਲ ਸਾਨੂੰ ਨੌਕਰੀ ਨਹੀਂ ਮਿਲਦੀ। ਲੋਕਾਂ ਨੂੰ ਲੱਗਿਆ ਵੀ ਇਹਨਾਂ ਤਿੰਨਾਂ ਨਾਲ ਸਾਨੂੰ ਨੌਕਰੀ ਮਿਲਦੀ ਹੈ। ਇਹਨਾਂ ਤਿੰਨਾਂ ਮਹਿਕਮਿਆਂ 'ਚ ਜਾਂ ਜਿਹੜੇ ਬਾਕੀ ਪ੍ਰੋਫੈਸ਼ਨਲ ਕੋਰਸਾਂ 'ਚ ਫੀਸਾਂ ਰਿਲੇਟਿਵਲੀ ਬਹੁਤ ਵੱਧ ਗਈਆਂ। ਜਦੋਂ ਲੱਗਿਆ ਉੱਥੇ ਵੀ ਸੈਚੂਰੇਸ਼ਨ ਆ ਗਈ ਕਿ ਨੌਕਰੀ ਨਹੀਂ ਮਿਲਦੀ, ਫਿਰ ਪੇਰੈਂਟਸ ਨੂੰ ਇਹ ਲੱਗਦਾ ਹੈ ਕਿ ਜੇ ਇੰਨੇ ਪੈਸੇ ਲਾਉਣੇ ਨੇ ਫਿਰ ਇੰਨੇ ਪੈਸੇ ਲਾ ਕੇ ਬਾਹਰ ਬੂਰ ਭੇਜ ਦਿਓ ਯਾਰ, ਬੱਚਾ ਸੈੱਟ ਤਾਂ ਹੋ ਜਾਊਗਾ, 4 ਪੈਸੇ ਕਮਾ ਲੂਗਾ ਤੇ ਕੈਰੀਅਰ ਬਣ ਜਾਊਗਾ। ਹਾਲਾਂਕਿ ਉੱਥੇ ਵੀ ਵਿਚਾਰੇ ਲੋਕਾਂ ਨੂੰ ਬਹੁਤ ਔਖਾ ਹੋਣਾ ਪੈ ਰਿਹਾ, ਉੱਥੇ ਵੀ ਬਹੁਤ ਸੌਖਾ ਕੰਮ ਨਹੀਂ। ਉੱਥੇ ਵੀ ਬਹੁਤ ਸਾਰੇ ਡੀਪੋਰਟ ਹੋ ਜਾਂਦੇ ਨੇ, ਕਈ ਵਾਪਸ ਆਉਂਦੇ ਨੇ, ਕਈ ਉੱਥੇ ਫਸ ਜਾਂਦੇ ਨੇ, ਕਿਸੇ ਸੰਕਟ 'ਚ ਫਸ ਜਾਂਦੇ ਨੇ, ਕਈ ਹੋਰ ਲਾਲਚਾਂ 'ਚ ਜਿਹੜੇ ਆਪਣੇ ਪਹਿਲਾਂ ਗਏ ਹੋਏ ਨੇ ਉਹ ਉਹਨਾਂ ਨੂੰ ਐਕਸਪਲੋਇਟ ਕਰਦੇ ਨੇ। ਸੋ ਮੈਂ ਇਹਨਾਂ 4 ਕਾਰਨਾਂ ਨੂੰ ਬਹੁਤ ਮੁੱਖ ਕਾਰਨ ਗਿਣਦਾ ਜਿਹੜੇ ਸਾਡੀ ਉੱਚ ਸਿੱਖਿਆ ਨੂੰ ਡੋਬਣ ਵਾਲੇ ਨੇ।
ਤਬਾਹ ਕਰਨ ਵਾਲੇ ਨੇ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਹਾਲੇ ਤੱਕ ਵੀ ਉਹ ਜੋ ਮਰਜ਼ੀ ਸਰਕਾਰ ਕਹੀ ਜਾਵੇ ਸਾਡੀ ਸਿੱਖਿਆ ਨੀਤੀ ਆ ਹੈ, ਉੱਚ ਸਿੱਖਿਆ ਨੀਤੀ ਆ ਹੈ, ਉਹਦੇ ਵਿੱਚ ਸਰਕਾਰ ਨੇ ਕੋਈ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ ਨਹੀਂ, ਕੋਈ ਦਿਖਣ 'ਚ ਨਹੀਂ ਆ ਰਿਹਾ ਕਿ ਇਹਨੂੰ ਕੰਟਰੋਲ ਕਰਨ ਲਈ ਕੋਈ ਅਹਿਮ ਕਦਮ ਪੱਟੇ ਜਾ ਰਹੇ ਨੇ। ਔਰ ਇੱਥੋਂ ਤੱਕ ਹੋ ਰਿਹਾ ਹੈ ਲਗਭਗ 1.5 ਸਾਲ ਹੋ ਗਿਆ, ਸਾਲ ਤੋਂ ਵੱਧ ਹੋ ਗਿਆ ਕੋਵਿਡ ਚੱਲ ਰਹੇ ਨੂੰ, ਸਾਲ ਤੋਂ ਵੱਧ ਹੋ ਗਿਆ ਸਕੂਲ ਬੰਦ ਹੋਇਆਂ ਨੂੰ, ਤੇ ਫਿਰ ਵੀ ਪਤਾ ਨਹੀਂ ਕਿਉਂ ਪੰਜਾਬ ਦੇ ਸਕੂਲਾਂ ਦਾ ਰਿਜ਼ਲਟ ਕਹਿੰਦੇ ਇਸ ਵਾਰ ਅੱਛਾ ਆ ਗਿਆ, ਤੇ ਐਡੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਸਮੇਂ ਦੀ ਸਰਕਾਰ ਵੱਲੋਂ ਕਿ ਜੀ ਦੇਖੋ ਕਿਆ ਵਧੀਆ ਸਾਡਾ ਪੰਜਾਬ ਦਾ ਰਿਜ਼ਲਟ ਆ ਗਿਆ। ਉਹ ਮੈਨੂੰ ਹੈਰਾਨੀ ਹੁੰਦੀ ਐਂ ਕਿਉਂ ਨਹੀਂ ਕਹਿੰਦੇ ਵੀ ਪੰਜਾਬ ਦਾ ਰਿਜ਼ਲਟ ਪੰਜਾਬ ਦੇ ਬੱਚਿਆਂ ਦੇ ਮਾਪਿਆਂ ਨੇ ਵਧੀਆ ਕਰਤਾ, ਤੁਸੀਂ ਤਾਂ ਪੜ੍ਹਾਇਆ ਹੀ ਨਹੀਂ, ਸਾਲ ਭਰ ਸਕੂਲ 'ਚ ਕੋਈ ਬੱਚਾ ਨਹੀਂ ਗਿਆ, ਮਾਂ-ਬਾਪ ਨੇ ਬੱਚੇ ਪੜ੍ਹਾਏ ਨੇ, ਤਾਂ ਇਹਦਾ ਮਤਲਬ ਇਹ ਹੋਇਆ ਵੀ ਸਕੂਲ ਵਾਲੇ ਸਿਸਟਮ ਤੋਂ ਵਧੀਆ ਮਾਂ-ਬਾਪ ਪੜ੍ਹਾ ਸਕਦੇ ਨੇ। ਮਤਲਬ ਮੈਂ ਇਹਨੂੰ ਏਦਾਂ ਸਮਝਦਾ। ਸੋ ਇਸ ਕਰਕੇ ਮੈਂ ਇਹਨੂੰ ਬੜਾ ਸਿੱਧੇ ਰੂਪ 'ਚ ਸਪਸ਼ਟ ਰੂਪ 'ਚ ਮੰਨਦਾ ਕਿ ਇਹ ਸਰਕਾਰ ਜਾਣ ਬੁੱਝ ਕੇ ਇੱਕ ਘੜੀ ਬੁਣੀ ਨੀਤੀ ਦੇ ਤਹਿਤ ਇਹ ਸਿਸਟਮ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਕਿਉਂ ਕਰਨਾ ਚਾਹੁੰਦੀ ਹੈ, ਬੈਟਰ ਹੈ ਇਹਦਾ ਜਵਾਬ ਉਹ ਦੇ ਸਕਦੇ। ਅੱਛਾ ਧਾਲੀਵਾਲ ਸਾਹਿਬ, ਤੁਸੀਂ ਬੜਾ ਸੋਹਣੇ ਜਵਾਬ ਦਿੱਤੇ, ਸਾਡੇ ਦਰਸ਼ਕਾਂ ਨੂੰ ਵੀ ਸੁਣ ਕੇ ਚੰਗੇ ਲੱਗਣਗੇ, ਕਮੈਂਟ ਨਾਲ ਦੀ ਨਾਲ ਕਰਦੇ ਰਹਿਣਾ। ਧਾਲੀਵਾਲ ਸਾਹਿਬ, ਜਿਸ ਤਰ੍ਹਾਂ ਤੁਸੀਂ ਸਟੂਡੈਂਟਸ ਦੀ ਘੱਟ ਗਿਣਤੀ ਦੀ ਗੱਲ ਕੀਤੀ ਹੈ ਕਿ ਇਹ ਕਾਰਨ ਨੇ, ਤੁਹਾਨੂੰ ਕੀ ਲੱਗਦਾ ਜਿਹੜੀ ਉੱਚ ਪੱਧਰੀ ਸਿੱਖਿਆ ਹੈ ਉਸ 'ਤੇ ਬੇਭਰੋਸਗੀ ਵੀ ਲਗਾਤਾਰ ਵੱਧਦੀ ਦਿਖਾਈ ਦੇ ਰਹੀ ਹੈ, ਕਿਉਂਕਿ PhD ਵਰਗੀਆਂ ਡਿਗਰੀਆਂ ਕਰਕੇ UGC ਵਾਲੇ ਸਟੂਡੈਂਟਸ ਨੇ ਜਿਹੜੇ ਉਹ ਵੀ ਬਹੁਤ ਘੱਟ ਤਨਖਾਹਾਂ 'ਤੇ ਕੰਮ ਕਰ ਰਹੇ ਨੇ। ਇਸ ਦੇ ਪਿੱਛੇ ਰਾਜਨੀਤਿਕ ਉਹੀ ਕਾਰਨ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਇਸ ਦੇ ਪਿੱਛੇ ਕੋਈ ਹੋਰ ਵੀ ਕਾਰਨ ਹੈ ਜੀ? ਇਹਦੇ ਵਿੱਚ ਇਹ ਜਿਹੜੇ ਕਾਰਨ ਹੈਗੇ ਨੇ, ਇਹਦੇ ਪਿੱਛੇ ਇੱਕ ਹੋਰ ਕਾਰਨ ਹੈ। ਇੱਕ ਹੋਰ ਕਾਰਨ ਇਹ ਹੈ ਕਿ ਸਰਕਾਰ ਡਿਮਾਂਡ ਸਪਲਾਈ ਨੂੰ ਨਹੀਂ ਦੇਖ ਰਹੀ ਜੀ। ਸਰਕਾਰ ਨੇ ਯੂਨੀਵਰਸਿਟੀਆਂ ਦੇ ਉੱਤੇ ਇੰਨਾ ਦਬਾਅ ਦਿੱਤਾ ਹੈ ਕਿ ਤੁਸੀਂ ਆਪਣੇ ਸਾਧਨ ਆਪ ਪੈਦਾ ਕਰੋ। ਉਹਦੇ ਵਿੱਚ ਸਰਕਾਰ ਨੇ ਇਹ ਹਦਾਇਤ ਦੇ ਤਹਿਤ ਯੂਨੀਵਰਸਿਟੀ ਅਧਿਕਾਰੀਆਂ ਨੂੰ ਇਹ ਲੱਗਿਆ ਕਿ ਮੰਨ ਲਓ ਉਹਨਾਂ ਕੋਲੇ PhD ਦੀਆਂ 40 ਸੀਟਾਂ ਨੇ, ਹੇਠਾਂ ਬੱਚੇ ਨਹੀਂ ਆ ਰਹੇ, ਬੱਚਿਆਂ ਨੂੰ ਐ ਲੱਗ ਰਿਹਾ ਵੀ PhD ਕਰਕੇ ਹੀ ਨੌਕਰੀ ਮਿਲ ਜੂਗੀ। ਤੇ ਮੈਂ ਬੜੇ ਸਪਸ਼ਟ ਰੂਪ 'ਚ ਦੱਸਦਾ ਵੀ ਪੰਜਾਬ ਦੇ ਜਿਹੜੇ ਮਾਪੇ ਨੇ ਉਹ ਵਿਚਾਰੇ ਧੀਆਂ ਲਈ ਬਹੁਤ ਚਿੰਤਾਤੁਰ ਨੇ, ਔਰ ਉਹਨਾਂ 'ਚੋਂ ਬਹੁਤ ਸਾਰੇ ਤਾਂ ਲੜਕੀਆਂ ਨੂੰ ਇਸ ਕਰਕੇ ਪੜ੍ਹਾ ਰਹੇ ਨੇ ਵੀ ਯੋਗ ਵਰ ਲੱਭਣ ਲਈ ਸਾਨੂੰ ਕੋਈ ਮੌਕਾ ਓਪਰਚੁਨਿਟੀ ਮਿਲੇ, ਲੜਕੀ ਲਈ ਬਰ ਵਧੀਆ ਮਿਲ ਜੇ, ਤਾਂ ਕਿ ਘਰੇ ਨਾ ਬੈਠੇ ਇਹ ਵਿਹਲੀ ਐ ਲੱਗੇ ਕਿ ਇਹ ਪੜ੍ਹ ਰਹੀ ਹੈ ਹਲੇ। ਐਦਾਂ ਦੇ ਕੋਰਸਾਂ 'ਚ ਉਹ ਬੱਚਿਆਂ ਨੂੰ ਦਾਖਲਾ ਦਵਾ ਦਿੰਦੇ ਨੇ ਜੀ। ਨੌਕਰੀ ਉਹਨਾਂ ਨੂੰ ਵੀ ਪਤਾ ਵੀ ਨਹੀਂ ਮਿਲਣੀ, ਤੇ ਜਦੋਂ ਨੌਕਰੀ ਨਹੀਂ ਮਿਲਣੀ ਉਸ ਕਿਸਮ ਦੀ PhD ਜਾਂ ਫਲਾਣਾ ਧਮਕਾਣਾ ਉਹ ਕਰਾਉਣ ਦੀ ਲੋੜ ਕੀ ਹੈ? ਠੀਕ ਹੈ, ਮੰਨ ਲਓ ਆਪਾਂ ਕਹੀਏ ਕਿ MA ਤੱਕ ਇੱਕ ਬੇਸਿਕ ਜੀ ਸਿੱਖਿਆ ਉੱਥੇ ਤੱਕ ਪੜ੍ਹਾਉਣਾ ਜ਼ਰੂਰੀ ਹੈ, ਪੜ੍ਹਾ ਲਿਆ ਜਾਵੇ, ਪਰ ਉਹ ਬਹੁਤ ਸਪੈਸ਼ਲਾਈਜ਼ਡ ਸਿੱਖਿਆ ਜਿਹੜੀ, ਜਾਂ ਤਾਂ ਉਹ ਸਿੱਖਿਆ ਤੋਂ ਬਾਅਦ ਕੁਝ ਚਾਨਣ ਦਿਸਦਾ ਹੋਵੇ ਵਿਦਿਆਰਥੀ ਨੂੰ ਕਿ ਉਹ ਸੈੱਟ ਹੋ ਜਾਏਗਾ। ਜੇ ਉਹ ਨਹੀਂ ਹੁੰਦਾ ਤਾਂ ਯੂਨੀਵਰਸਿਟੀਆਂ ਨੂੰ ਹੁਣ ਇਹ ਲਾਲਚ ਹੋ ਗਿਆ ਵੀ ਜਿੱਥੋਂ ਵੀ ਫੀਸਾਂ ਆਉਂਦੀਆਂ ਨੇ ਇਹੋ ਜਿਹੇ ਕੋਰਸ ਡਿਜ਼ਾਈਨ ਕਰੋ, ਇੱਕ ਵਾਰੀ ਮੈਕਸਿਮਮ ਬੱਚੇ ਲਿਆਓ ਤੇ ਉਹਨਾਂ ਤੋਂ ਫੀਸਾਂ ਲਓ, ਯੂਨੀਵਰਸਿਟੀਆਂ ਚਲਾ ਲਓ, ਤੇ ਉਹ ਕੋਰਸ ਦਾ ਆਉਣ ਵਾਲੇ ਸਮੇਂ 'ਚ ਬੱਚਿਆਂ ਨੂੰ ਨੌਕਰੀ ਮਿਲੇ ਨਾ ਮਿਲੇ, ਕਿਉਂਕਿ ਯੂਨੀਵਰਸਿਟੀ ਦੇ ਪ੍ਰੈਸ਼ਰ ਆ ਗਿਆ, ਉਹਨਾਂ ਨੇ ਵੀ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣੀਆਂ ਨੇ। ਜਿਹੜੀਆਂ ਗ੍ਰਾਂਟਾਂ 90% ਆਉਂਦੀਆਂ ਸੀ, 90% ਤੋਂ ਜਿਹੜੀਆਂ ਤਨਖਾਹ ਵਾਲੀਆਂ ਗ੍ਰਾਂਟਾਂ ਸੀ ਕਹਿੰਦੇ ਆ ਸੈਲਰੀ ਗ੍ਰਾਂਟ, 90% ਤੋਂ ਘਟ ਕੇ ਉਹ 16, 17, 14% ਤੇ ਆ ਗਈ। ਹੁਣ ਮੈਨੂੰ ਦੱਸੋ ਹੋਰ ਯੂਨੀਵਰਸਿਟੀਆਂ ਕਿੱਥੋਂ ਪੈਸੇ ਲਿਆਉਣ? ਸੋ ਇਸ ਕਰਕੇ ਯੂਨੀਵਰਸਿਟੀਆਂ ਇਦਾਂ ਦੀਆਂ ਸਕੀਮਾਂ ਪ੍ਰੈਸ਼ਰ ਥੱਲੇ ਬਣਾ ਰਹੀਆਂ ਨੇ। ਹੁਣ ਕੀ ਹੈ ਕਿ ਮੈਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਦੱਸਾਂ, ਹਾਲਾਂਕਿ ਮੈਂ ਉਹਨੂੰ ਐਪਰੀਸ਼ੀਏਟ ਕਰਦਾ, ਯੂਨੀਵਰਸਿਟੀ ਦੇ ਪੱਧਰ ਤੇ ਉਹ ਵਧੀਆ ਸਕੀਮ ਹੈ। ਯੂਨੀਵਰਸਿਟੀ ਪੱਧਰ ਤੇ ਸਕੀਮ ਇਹ ਬਣਾ ਲਈ ਵਾਇਸ ਚਾਂਸਲਰ ਸਾਹਿਬ ਨੇ ਕਿ ਜੀ ਬਹੁਤ ਸਾਰੇ ਕੋਰਸਾਂ 'ਚ ਗ੍ਰੈਜੂਏਟ ਲੈਵਲ ਦੇ ਬੱਚੇ ਯੂਨੀਵਰਸਿਟੀ ਦਾਖਲ ਹੋ ਜਾਣ। ਹੋ ਸਕਦਾ ਉਹ ਹੋ ਵੀ ਜਾਣ, ਹੋ ਸਕਦਾ ਯੂਨੀਵਰਸਿਟੀ ਨੂੰ ਉਹਦੇ ਵਿੱਚ ਅੱਛਾ ਰੈਵਨਿਊ ਵੀ ਆ ਜੇ, ਪਰ ਇਹਦਾ ਮਤਲਬ ਇਹ ਹੋਇਆ ਫਿਰ ਕਾਲਜਾਂ 'ਚ ਨਹੀਂ ਜਾਣਗੇ ਉਹੀ ਬੱਚੇ। ਬੱਚੇ ਤਾਂ ਉਹੀ ਨੇ ਨਾ, ਇੱਧਰੋਂ ਲੈ ਲਓ ਇੱਧਰੋਂ ਲੈ ਲਓ, ਮਤਲਬ ਇਹਦਾ ਮਤਲਬ ਮਹਿੰਦਰਾ ਕਾਲਜ ਬਰਬਾਦ ਹੋ ਜਾਊਗਾ, ਫਿਜ਼ੀਕਲ ਕਾਲਜ ਬਰਬਾਦ, ਜਿਹੜੇ ਇਸ ਤਰ੍ਹਾਂ ਦੇ ਹੋਰ ਕਾਲਜ ਨੇ ਜਿੱਥੇ ਉਹ ਬੱਚਿਆਂ ਨੇ ਜਾਣਾ ਸੀ ਉਹਨਾਂ ਵਾਲੇ ਬੱਚੇ ਯੂਨੀਵਰਸਿਟੀ ਦਾਖਲ ਹੋ ਜਾਣਗੇ। ਇਹ ਤਾਂ ਮਤਲਬ ਇਹੀ ਹੋਇਆ ਨਾ ਵੀ ਮੈਂ ਤੇਰੀ ਜੇਬ 'ਚੋਂ ਪੈਸੇ ਕੱਢ ਲਏ, ਤੂੰ ਮੈਨੂੰ ਕਹਿੰਦਾ ਮੈਂ ਕੀ ਕਰਾਂ, ਮੈਂ ਕਿਹਾ ਤੂੰ ਕਿਸੇ ਦੀ ਅੱਗੇ ਕੱਢ ਲੈ ਭਾਈ। ਮਤਲਬ ਇਹ ਕੋਈ ਹੱਲ ਨਹੀਂ ਹੈਗਾ। ਸੋ ਸਰਕਾਰ ਦੀਆਂ ਜਿਹੜੀਆਂ ਇਹ ਨੀਤੀਆਂ ਨੇ, ਮੈਂ ਇਹ ਕਹਿਣਾ ਕਿ ਸਿੱਖਿਆ ਤੇ ਸਿਹਤ
ਇਹਨਾਂ ਦੇ ਵਿੱਚ ਸਰਕਾਰ ਦੀਆਂ ਗ੍ਰਾਂਟਾਂ ਨਾਲ ਹੀ ਕੰਮ ਚੱਲੂਗਾ। ਇਹ ਆਪਦੇ ਸਾਧਨਾਂ ਤੋਂ ਸਾਰਾ ਕੁਝ ਪੈਦਾ ਕਰਕੇ ਸੂਤ ਨਹੀਂ ਆਉਣਾ। ਗਰੀਬ ਬੱਚੇ ਵੀ ਨੇ ਜਿਹੜੇ ਵਿਚਾਰੇ ਨਹੀਂ ਫੀਸਾਂ ਦੇ ਸਕਦੇ, ਉਹ ਜੇ ਨਹੀਂ ਦੇ ਸਕਦੇ, ਟੈਲੈਂਟ ਉਹਨਾਂ ਦੀ ਯਾਰ ਉਹਨਾਂ ਦਾ ਐਜੂਕੇਸ਼ਨ ਪ੍ਰਾਪਤ ਕਰਨਾ ਹੱਕ ਹੈ। ਔਰ ਮੈਂ ਯਕੀਨ ਨਾਲ ਕਹਿਣਾ ਕਿ ਉਹਨਾਂ 'ਚ ਇੰਨਾ ਟੈਲੈਂਟ ਹੈ, ਬਹੁਤ ਵਾਰ ਜੇ ਉਹਨਾਂ ਨੂੰ ਪੜ੍ਹਾ ਲਿਆ ਜਾਵੇ ਸ਼ਾਇਦ ਹੋਰ ਨਾਲੋਂ ਉਹ ਦੇਸ਼ ਦੀ ਸੇਵਾ ਉਹ ਵੀ ਵਧੀਆ ਕਰ ਸਕਦੇ ਨੇ। ਸੋ ਇਸ ਕਰਕੇ ਉਹ ਰਹਿ ਜਾਂਦੇ ਨੇ, ਪਛੜ ਜਾਂਦੇ ਨੇ। ਜਾਂ ਦੂਜੇ ਰੂਪ 'ਚ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਨਾ ਮਿਲਵਰਤਨ ਵਰਗੀ ਅਸਹਿਯੋਗ ਹੋਏਗਾ, ਬੇਚੈਨੀ ਹੋਏਗੀ, ਲੋਕਾਂ ਨੂੰ ਲੱਗੇਗਾ ਕਿ ਜਿਵੇਂ ਤੁਸੀਂ ਪਹਿਲਾਂ ਮੈਡੀਕਲ ਲਾਈਨ 'ਚ ਦੇਖਿਆ, ਜਿਹਦੇ ਕੋਲ ਪੈਸਾ ਹੈ ਉਹਨੂੰ ਮੈਡੀਕਲ 'ਚ ਦਾਖਲਾ ਮਿਲ ਜਾਂਦਾ ਹੈ ਤੇ ਮੈਰਿਟ ਦੇ ਅਨੁਸਾਰ ਇੱਕ ਲਿਮਟਿਡ ਸੀਟਾਂ ਨੇ ਉਹਨਾਂ 'ਚ ਤਾਂ ਮਿਲੇਗਾ। ਸੋ ਇਸ ਕਰਕੇ ਇਹ ਵੀ ਇੱਕ ਕਾਰਨ ਨੇ ਕਿ ਜਿਹਨੂੰ ਆਪਾਂ ਅੰਗਰੇਜ਼ੀ 'ਚ ਇਲ ਪਲੈਨਿੰਗ ਕਹਿੰਦੇ ਆ, ਜਾਂ ਪੰਜਾਬੀ 'ਚ ਤੁਸੀਂ ਇਹ ਕਹਿ ਲਓ ਕਿ ਇਹਦੀ ਯੋਜਨਾਬੰਦੀ ਹੈ ਜਿਹੜੀ ਉਹ ਠੀਕ ਨਹੀਂ ਹੈਗੀ। ਗਲਤ ਯੋਜਨਾਬੰਦੀ ਦਾ ਵੀ ਇੱਕ ਪ੍ਰੋਬਲਮ ਆ ਰਹੀ ਹੈ ਕਿ ਤੁਸੀਂ ਦੂਜੇ ਬੰਦੇ ਤੇ ਪ੍ਰੈਸ਼ਰ ਪੈਦਾ ਕਰ ਦੋ। ਮੰਨ ਲਓ ਤੁਹਾਡੀ ਕੈਪੈਸਿਟੀ ਆ ਇਕਵਿਪਮੈਂਟ ਨਾਲ 4 ਪ੍ਰੋਗਰਾਮ ਕਰਨ ਦੀ, ਪਰ ਤੁਹਾਡੇ ਤੇ ਪ੍ਰੈਸ਼ਰ ਪਾ ਦਈਏ ਵੀ ਸਾਨੂੰ ਨਹੀਂ ਪਤਾ 6 ਪ੍ਰੋਗਰਾਮ ਕਰੋ ਡੇਲੀ, ਤਾਂ ਕੁਦਰਤੀ ਉਹਦੇ ਨਾਲ ਕੁਆਲਿਟੀ ਥੱਲੇ ਆਊਗੀ। ਇਹ ਤਾਂ ਮੰਨਣਾ ਪਊਗਾ ਨਾ। ਸੋ ਇਸ ਕਿਸਮ ਨਾਲ ਸਰਕਾਰ ਦੀਆਂ ਜਿਹੜੀਆਂ ਇਹ ਢਾਂਚਾਗਤ ਨੀਤੀਆਂ ਨੇ, ਪਾਲਿਸੀ ਵਾਲੀਆਂ ਨੀਤੀਆਂ ਨੇ, ਉਹ ਨੀਤੀਆਂ ਠੀਕ ਨਾ ਹੋਣ ਕਰਕੇ ਵੀ ਕੁਆਲਿਟੀ ਹੈ ਜਿਹੜੀ ਥੱਲੇ ਜਾ ਰਹੀ ਹੈ। ਸੋ ਮੋਟੇ ਰੂਪ 'ਚ ਆਪਾਂ ਇਹੀ ਸਮਝੀਏ ਕਿ ਜਿਹੜਾ ਟੈਲੈਂਟ ਹੈ ਵਿਦੇਸ਼ਾਂ ਜਾ ਰਿਹਾ ਹੈ, ਅੱਛਾ ਟੈਲੈਂਟ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਨਹੀਂ ਆ ਰਿਹਾ। ਜੇ ਉਹ ਨਹੀਂ ਆ ਰਿਹਾ, ਮਾੜਾ ਟੈਲੈਂਟ ਆ ਰਿਹਾ ਹੈ, ਅੱਗੇ ਉਹ ਟੈਲੈਂਟ ਨੂੰ ਡਿਵੈਲਪ ਕਰਨਾ ਸੀ ਸਟਾਫ ਨੇ, ਸਟਾਫ ਉੱਥੇ ਹੈ ਨਹੀਂ, ਟੈਲੈਂਟ ਪੂਅਰ ਹੋ ਗਿਆ, ਉਹਨੂੰ ਪਾਲਿਸ਼ ਕਰਨ ਵਾਲਾ ਪੂਰ ਹੋ ਗਿਆ, ਉਹਨੂੰ ਨੀਤੀਆਂ ਬਣਾਉਣ ਲਈ ਜਿਹੜਾ ਮਾੜਾ ਮੋਟਾ ਸਹਾਇਤਾ, ਵਿੱਤੀ ਸਹਾਇਤਾ ਕੋਈ ਮਿਲਣੀ ਸੀ ਸਰਕਾਰ ਵੱਲੋਂ, ਉਹ ਨੀਤੀ ਨਹੀਂ ਹੈਗੀ। ਉਹਦੇ ਪੈਰਲਲ ਇੱਕ ਪ੍ਰਾਈਵੇਟ ਸਿਸਟਮ ਖੜਾ ਕਰਤਾ। ਉਹ ਜਿਹੜਾ ਪ੍ਰਾਈਵੇਟ ਸਿਸਟਮ ਖੜਾ ਕੀਤਾ ਹੈ ਉਹ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਇਹ ਛੋਟ ਦਿੱਤੀ ਗਈ ਕਿ ਤੁਹਾਡੇ ਤੇ ਕੋਈ ਪਾਬੰਦੀਆਂ ਨਹੀਂ, ਨਿਯਮ ਫੋਲੋ ਕਰੋ ਜਾਂ ਨਾ ਕਰੋ। ਯੂਨੀਵਰਸਿਟੀ ਅਧਿਕਾਰੀਆਂ ਨੂੰ ਅਸੀਂ ਆਪ ਹੀ ਤਾੜ ਦਾਂਗੇ, ਸਰਕਾਰ ਦੇ ਅਧਿਕਾਰੀਆਂ ਨੂੰ ਆਪ ਹੀ ਤਾੜ ਦਾਂਗੇ। ਜਿਹੜੇ ਸੰਬੰਧਿਤ ਸਟੈਂਡਰਡ ਨੇ ਇੱਕ ਸਰਟਨ ਲੈਵਲ ਦੇ, ਜੇ ਤੁਸੀਂ ਉਦੋਂ ਨੀਚੇ ਵੀ ਚੱਲੀ ਜਾਂਦੇ ਹੋ ਚਲਾਈ ਜਾਓ। ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿਣਾ, ਜਦੋਂ ਅਸੀਂ ਇਨਸਪੈਕਸ਼ਨ ਵਗੈਰਾ ਤੇ ਜਾਂਦੇ ਹਾਂ, ਬਹੁਤੀਆਂ ਥਾਵਾਂ ਤੇ ਜਦੋਂ ਜਾਂਦੇ ਹਾਂ ਵੀ ਤੁਸੀਂ ਜੀ ਕੰਪਿਊਟਰ ਦੇ ਇੰਨੇ ਕੋਰਸ ਚਲਾਏ ਨੇ, ਯੂਨੀਵਰਸਿਟੀ ਉਹਨਾਂ ਨੂੰ ਚਿੱਠੀ ਪਾਉਂਦੀ ਆ ਕਿ ਕੱਲ ਨੂੰ ਤੁਹਾਡੇ ਇਨਸਪੈਕਸ਼ਨ ਟੀਮ ਆਏਗੀ। ਉਸ ਦਿਨ ਉਹਨਾਂ ਦੇ 300-400 ਕੰਪਿਊਟਰ ਆ ਜਾਂਦਾ ਲੈਬ 'ਚ, ਤੇ ਬੱਚਿਆਂ ਨੂੰ ਪੁੱਛਦੇ ਆ ਵੀ ਇਹ ਕੰਪਿਊਟਰ ਜੀ, ਕਹਿੰਦੇ ਜੀ ਪਤਾ ਨਹੀਂ ਕੱਲ ਤਾਂ ਹੈ ਨਹੀਂ ਸੀ, ਅੱਜ ਆ ਗਏ। ਮਤਲਬ ਉਹ ਨਾਲ ਦੇ ਕਾਲਜ ਤੋਂ ਚੱਕ ਲਿਆਉਂਦੇ ਨੇ, ਫਿਰ ਅਗਲੇ ਦਿਨ ਜਿੱਦੇ ਉੱਥੇ ਹੁੰਦੀ ਆ ਇਨਸਪੈਕਸ਼ਨ, ਫਿਰ ਉਹੀ ਕੰਪਿਊਟਰ ਉੱਥੇ ਚਲੇ ਜਾਂਦੇ ਨੇ। ਫਿਰ ਉਹਨਾਂ ਨੂੰ ਪੁੱਛੋ ਵੀ ਚੰਗਾ ਜੀ ਤੁਹਾਡੇ ਸੌਫਟਵੇਅਰ ਕਿਹੜਾ ਚੱਲਦਾ ਹੈ, ਇੰਟਰਨੈਟ ਕਿਹੜਾ ਚੱਲਦਾ ਹੈ, ਸਾਡੇ ਜੀ ਆਹ ਚੱਲਦਾ ਹੈ। ਜਦੋਂ ਕਹੋ ਵੀ ਚੰਗਾ, ਫਿਰ ਉਹਦੀਆਂ ਪਿਛਲੇ ਸਾਰੇ ਸਾਲ ਦੀਆਂ ਰਸੀਦਾਂ ਦਿਖਾਓ ਵੀ ਜਿਹੜਾ ਤੁਸੀਂ ਪੇਮੈਂਟ ਕਰਦੇ ਹੋ, ਉਹ ਲੱਭਦੀਆਂ ਨਹੀਂ। ਉੱਥੋਂ ਫਿਰ ਸਮਝ 'ਚ ਆ ਜਾਂਦੀ ਹੈ। ਮਤਲਬ ਇਸ ਕਿਸਮ ਦਾ ਫਰਾਡ ਹੈ ਜਿਹੜਾ ਹੋ ਰਿਹਾ ਹੈ। ਇਹਦੇ ਕਰਕੇ ਇਹ ਉੱਚ ਸਿੱਖਿਆ ਦੇ ਵਿੱਚ ਗਿਰਾਵਟ ਹੈ, ਲੇਕਿਨ ਫੀਸਾਂ ਨਾਲ ਸਮਝੌਤਾ ਨਹੀਂ, ਫੀਸਾਂ ਉਨੀਆਂ ਹੀ ਲਈ ਜਾਂਦੀਆਂ ਨੇ। ਸੋ ਇਸ ਕਰਕੇ ਹੁਣ ਜਦੋਂ ਲੋਕਾਂ ਨੂੰ ਲੱਗਦਾ ਕਿ ਇੰਨੀਆਂ ਫੀਸਾਂ ਦੇ ਕੇ ਵੀ ਨੌਕਰੀ ਨਹੀਂ ਮਿਲਣੀ, ਫਿਰ ਮੇਰਾ ਖਿਆਲ ਉਹ ਵਿਚਾਰੇ ਉਹਨਾਂ ਕੋਲ ਹੋਰ ਚਾਰਾ ਨਹੀਂ ਰਹਿੰਦਾ, ਜਾਂ ਬਾਹਰ ਨੂੰ ਚਲੇ ਜਾਓ। ਜਾਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹੋ ਜੇ PhD ਕਰਕੇ ਵੀ ਬੰਦੇ ਨੇ ਸੇਵਾਦਾਰ ਦੇ ਅਹੁਦੇ ਲਈ ਅਪਲਾਈ ਕਰਨਾ ਹੈ, ਤਾਂ ਮੈਂ ਸ਼ਰਮਿੰਦਗੀ ਤਾਂ ਹੈ। ਸੋ ਇਸ ਕਰਕੇ ਇਹ ਮੋਟੇ ਰੂਪ 'ਚ ਮੈਂ ਸਮਝਦਾ ਆ ਇੱਕ ਕਾਰਨ ਨੇ। ਅੱਛਾ ਧਾਲੀਵਾਲ ਸਾਹਿਬ, ਤੁਸੀਂ ਬੜੇ ਸੋਹਣੇ ਜਵਾਬ, ਮੈਂ ਨਿੱਜੀ ਤੌਰ ਤੇ ਕਹਾਂ ਤਾਂ ਬੜੀਆਂ ਚੰਗੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਲਾਸਟ ਸਵਾਲ ਹੈ ਜੀ ਮੇਰਾ, ਪੰਜਾਬ ਸਰਕਾਰ ਕਾਲਜਾਂ ਦੇ ਵਿੱਚ ਐਲਸ ਹੈ ਜਿਹੜੀ ਮੁਫਤ ਕਰਾ ਰਹੀ ਹੈ, ਕੀ ਉਹ ਨੌਕਰੀਆਂ ਦੇਣ ਤੋਂ ਬਚ ਰਹੀ ਹੈ ਕਿ ਐਲਸ ਕਰੋ ਭਾਈ ਵਗ ਜਾਓ ਤੁਸੀਂ ਬਾਹਰ, ਸਾਡੇ ਵੱਸ ਦਾ ਕੰਮ ਨਹੀਂ ਹੈ? ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਨਹੀਂ, ਇਹ ਦੋਨੋਂ ਹੀ ਗੱਲਾਂ ਨਹੀਂ ਹੈਗੀਆਂ ਜੀ। ਇਹਦੇ ਵਿੱਚ ਜਿਹੜੀ ਗੱਲ ਮੈਂ ਇਹਦਾ ਜਵਾਬ ਤੁਹਾਨੂੰ ਦੇ ਚੁੱਕਿਆ, ਫੇਰ ਦੇਣਾ ਪਊਗਾ। ਆਇਲਸ ਜਿਹੜੀ ਕਰਾਉਣੀ ਹੈ, ਨਾ ਤਾਂ ਸਰਕਾਰ ਦਾ ਇਹ ਹੈ ਵੀ ਤੁਸੀਂ ਬਾਹਰ ਵਗ ਜਾਓ, ਨਾ ਉਹਨਾਂ ਨੂੰ ਇਹ ਵੀ ਅਸੀਂ ਨੌਕਰੀ ਨਹੀਂ ਦੇ ਸਕਦੇ। ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਹੈ ਨਾ, ਯੂਨੀਵਰਸਿਟੀਆਂ ਤੇ ਪ੍ਰੈਸ਼ਰ ਹੈ ਵੀ ਤੁਸੀਂ ਆਪਣੇ ਸਾਧਨ ਆਪੇ ਪੈਦਾ ਕਰੋ, ਜਿੱਥੋਂ ਪੈਸਾ ਕਮਾ ਸਕਦੇ ਹੋ ਤੁਸੀਂ ਕਮਾਓ। ਜੀ ਜੀ। ਉਹਨਾਂ ਨੂੰ ਲੱਗਾ ਵੀ ਸਾਡੇ ਟੀਚਰ ਵਿਹਲੇ ਬੈਠੇ ਨੇ, ਜਿਹੜੇ ਟਿਊਸ਼ਨ ਸੈਂਟਰਾਂ ਵਾਲੇ ਨੇ ਉਹ ਆਇਲਸ ਤੋਂ ਪੈਸਾ ਕਮਾ ਰਹੇ ਨੇ, ਕਿਉਂ ਨਾ ਅਸੀਂ ਆਇਲਸ ਵਾਲੇ ਕੋਰਸ ਹੀ ਉਰੇ ਸ਼ੁਰੂ ਕਰ ਲਈਏ ਤਾਂ ਕਿ ਫੀਸ ਆ ਜਾਵੇ। ਇਹ ਬਹੁਤ ਕੋਈ ਵਿਉਂਤਬੰਦੀ ਦੇ ਤਹਿਤ ਨਹੀਂ, ਇਹ ਭੜਕਾਟ ਚ ਲਏ ਹੋਏ ਫੈਸਲੇ ਨੇ। ਜੇ ਮੈਂ ਕਹਾਂ ਸਰਕਾਰ ਨੇ ਬਹੁਤ ਬੰਦੀ ਨਾਲ ਨਾ, ਇਹ ਯੂਨੀਵਰਸਿਟੀਆਂ ਨੂੰ ਹੀ ਕਿਤੇ ਲੱਗਿਆ ਵੀ ਜੀ ਫਿਰ ਅਸੀਂ ਇੱਥੋਂ ਦੇਖ ਲਈਏ, ਉਰੋਂ ਪੈਸੇ ਕਮਾ ਲਈਏ। ਮੈਂ ਤੁਹਾਨੂੰ ਫਿਰ ਜਿਹੜੀ ਗੱਲ ਪਹਿਲਾਂ ਕਹਿ ਕੇ ਹਟਿਆ ਵੀ ਪਹਿਲਾਂ ਯੂਨੀਵਰਸਿਟੀ ਰਿਸਰਚ ਹੁੰਦੀ ਸੀ, ਪੋਸਟ ਗ੍ਰੈਜੂਏਟ
ਲੈਵਲ ਦੇ ਕੋਰਸ ਹੁੰਦੇ ਸੀ ਜੀ। ਹੁਣ ਸਾਡੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਨੇ ਵੀ ਇਹ ਲਾਗੂ ਕਰਤਾ, ਬਹੁਤ ਸਾਰੇ ਗ੍ਰੈਜੂਏਟ ਲੈਵਲ ਦੇ ਕੋਰਸ ਲੈ ਜਾਂਦੇ ਤੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਅਸੀਂ +2 ਵੀ ਚਲਾਈਏ। ਜਦੋਂ ਸਾਡੇ ਤੇ ਪ੍ਰੈਸ਼ਰ ਇਹ ਆ ਗਿਆ ਵੀ ਤੁਹਾਡੀ ਤਨਖਾਹ ਤਾਂ ਮਿਲੂਗੀ ਜੇ ਤੁਸੀਂ ਓਨੇ ਪੈਸੇ ਕਿਤੋਂ ਇਕੱਠੇ ਕਰੋਗੇ, ਫਿਰ ਯੂਨੀਵਰਸਿਟੀਆਂ ਹੋਰ ਕੀ ਕਰਨ। ਮਤਲਬ ਉਹਦਾ ਮੇਜਰ ਕਾਰਨ ਆਇਲਸ ਦਾ ਆ ਹੈ ਜੀ ਕਿ ਯਾਰ ਟੀਚਰ ਤਾਂ ਆਪਣੇ ਕੋਲ ਹੈਗੇ, ਰਾਦਰ ਕੰਪੀਟੈਂਟ ਨੇ, ਬਾਹਰਲਿਆਂ ਨਾਲੋਂ ਵੀ ਵਧੀਆ ਨੇ, ਵੀ ਆਪਾਂ ਇੱਥੇ ਆਇਲਸ ਤੋਂ ਪੈਸੇ ਕਮਾ ਲਓ, ਚਲੋ ਆਪਣੀ ਤਨਖਾਹ ਕੱਢ ਲੈਣਗੇ। ਮੈਂ ਇਹਨੂੰ ਇਦਾਂ ਸਮਝਦਾ, ਇਹ ਕੋਈ ਬਹੁਤ ਸੋਚ ਵਿਚਾਰ ਕਰਕੇ ਨਹੀਂ ਹੋਈ ਗੱਲ। ਮੈਂ ਇਹਨੂੰ ਇਹ ਕਹਿਣਾ ਕਿ ਜੇ ਆਇਲਸ ਤੁਸੀਂ ਕਰਾਉਣੀ ਹੈ, ਆਇਲਸ ਬੱਚੇ ਆਪੇ ਕਰ ਲੈਣਗੇ, ਤੁਸੀਂ ਉਹਨਾਂ ਦਾ ਮੈਂਟਲ ਲੈਵਲ ਉੱਚੇ 'ਚ ਚੱਕੋ, ਜਿਹੜਾ ਯੂਨੀਵਰਸਿਟੀਆਂ ਦਾ ਕੰਮ ਹੈ। ਜੇ ਉਹਨਾਂ ਨੂੰ ਅੰਗਰੇਜ਼ੀ ਅੱਛੀ ਪੜ੍ਹਾਈ ਹੋਵੇ, ਉਹਨਾਂ ਨੂੰ ਜਰਨਲ ਨੌਲੇਜ ਅੱਛੀ ਪੜ੍ਹਾਈ ਹੋਵੇ, ਉਹਨਾਂ ਨੂੰ ਇੰਟਰਨੈਸ਼ਨਲ ਜੀਓਗ੍ਰਾਫੀ ਦਾ ਕੰਮ ਅੱਛਾ ਪੜ੍ਹਾਇਆ ਹੋਵੇ, ਆਪੇ ਆਇਲਸ ਕਰ ਲੈਣਗੇ। ਹੋਰ ਆਇਲਸ ਦੇ ਵਿੱਚ ਕੀ ਹੁੰਦਾ ਹੈ, ਹੁੰਦੇ ਤਾਂ ਇਦਾਂ ਦੇ ਸਵਾਲ ਦੇਣਾ, ਉਹ ਵੀ ਨੌਲੇਜ ਨਾਲ ਰਿਲੇਟਡ। ਸੋ ਉਹ ਜਿਹੜੇ ਟਿਊਸ਼ਨਾਂ ਵਾਲੇ ਸੀ ਉਹ ਸਪੈਸੀਫਿਕਲੀ ਰੱਟਾ ਲਾ ਕੇ ਤਿਆਰ ਕਰਾ ਲੈਂਦੇ ਨੇ। ਯੂਨੀਵਰਸਿਟੀ ਦਾ ਕੰਮ ਸੀ ਕਿ ਇਹਦਾ ਬੌਧਿਕ ਵਿਕਾਸ ਹੋਵੇ, ਇਹਦਾ ਮਾਨਸਿਕ ਵਿਕਾਸ ਹੋਵੇ, ਬੱਚੇ ਦਾ ਦਿਮਾਗੀ ਵਿਕਾਸ ਹੋਵੇ। ਪਰ ਹੁਣ ਉਹ ਤੋਂ ਸਰਕਾਰ ਨੇ ਫੋਕਸ ਹਟਾ ਲਿਆ ਤੇ ਯੂਨੀਵਰਸਿਟੀਆਂ ਨੂੰ ਆਪਦੇ ਆਪ ਮਤਲਬ ਉਹਨਾਂ ਤੇ ਪ੍ਰੈਸ਼ਰ ਪਾਤਾ ਵੀ ਤੁਸੀਂ ਜਿਹੜਾ ਮਰਜ਼ੀ ਕੋਰਸ ਚਲਾ ਲਓ, ਪਰ ਤੁਸੀਂ ਉਹ ਤੋਂ ਪੈਸੇ ਕਮਾਓ। ਜਿਹੜਾ ਯੂਨੀਵਰਸਿਟੀ ਦੇ ਵਿੱਚ ਜੇ ਇੰਜੀਨੀਅਰਿੰਗ ਕਾਲਜ ਖੁੱਲਿਆ ਉਹਦਾ ਕਾਰਨ ਆਹੀ ਸੀ, ਆਹੀ ਪ੍ਰੈਸ਼ਰ ਨੇ। ਹੋ ਸਕਦਾ ਕੱਲ ਨੂੰ ਯੂਨੀਵਰਸਿਟੀ ਆਪਦੇ ਅੰਦਰ ਮੈਡੀਕਲ ਕਾਲਜ ਵੀ ਖੋਲ੍ਹ ਲੇ ਜੇ ਸਰਕਾਰ ਦੇ ਦੇ ਵੀ ਇਹਦੇ ਨਾਲ ਅਸੀਂ ਫੀਸਾਂ ਫੂਸਾਂ ਦੇਖ ਲਾਂਗੇ ਜੀ, ਜੇ 4 ਆ ਗਈਆਂ। ਨਰਸਿੰਗ ਕਾਲਜ ਵੀ ਖੋਲ੍ਹ ਲੇ। ਸੋ ਐਦਾਂ ਦੇ ਪ੍ਰਬੰਧ ਨੇ, ਇਹਨੂੰ ਤੁਸੀਂ ਐਦਾਂ ਨਾ ਜੋੜੋ ਵੀ ਇਹ ਕੋਈ ਬਾਹਰ ਭੇਜਣ ਕਰਕੇ ਸਰਕਾਰ ਉਹਨਾਂ ਨੂੰ ਕਹਿ ਰਹੀ ਹੈ ਬਾਹਰ ਜਾਓ। ਸਰਕਾਰ ਕੁਝ ਨਹੀਂ ਕਹਿ ਰਹੀ, ਸਰਕਾਰ ਤਾਂ ਡੰਗ ਟਪਾ ਰਹੀ ਹੈ ਕਿ ਮੇਰੇ 5 ਸਾਲ ਕਢਾਓ, ਜਿਹੜਾ ਅਗਲੇ 5 ਸਾਲ ਆਊਗਾ ਜਿਹੜਾ ਉਹਦਾ ਦੇਖੀ ਜਾਊਗੀ। ਅੱਛਾ, ਮੈਨੂੰ ਇਹ ਲੱਗਦਾ ਧਾਲੀਵਾਲ ਸਾਹਿਬ ਲਾਸਟ ਸਵਾਲ ਹੈ, 70% ਪੋਸਟਾਂ ਨੇ ਜਿਹੜੀਆਂ ਰੈਗੂਲਰ ਪ੍ਰੋਫੈਸਰਾਂ ਦੀਆਂ ਇਸ ਮੌਕੇ ਖਾਲੀ ਪਈਆਂ ਨੇ। ਹੁਣ ਜਿਹੜੇ ਤਾਜ਼ਾ ਅੰਕੜੇ ਨੇ ਉਹਨਾਂ ਦੇ ਮੁਤਾਬਕ 47 ਕਾਲਜ ਰਹਿ ਗਏ, ਪਹਿਲਾਂ 48 ਕਾਲਜ ਸੀਗੇ, ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਪੁਰਦ ਕਰ ਦਿੱਤਾ ਗਿਆ। ਤਾਂ ਜਿਹੜੇ ਪੰਜਾਬੀ ਭਾਸ਼ਾ ਦੇ ਪ੍ਰੋਫੈਸਰ ਨੇ ਉਹਨਾਂ ਦੇ ਵਿੱਚ 18 ਰੈਗੂਲਰ ਪ੍ਰੋਫੈਸਰ ਨੇ ਇਸ ਟਾਈਮ ਤੇ 47 ਕਾਲਜ ਨੇ, ਇੱਕ ਕਾਲਜ ਨੂੰ ਇੱਕ ਵੀ ਪ੍ਰੋਫੈਸਰ ਨਹੀਂ ਆ ਰਿਹਾ ਤੇ ਇਸ ਟਾਈਮ 70% ਜਿਹੜੀਆਂ ਪੋਸਟਾਂ ਨੇ ਖਾਲੀ ਪਈਆਂ ਨੇ। ਤਾਂ ਤੁਸੀਂ ਇਸ ਵਿਭਾਗ ਨਾਲ ਜੁੜੇ ਹੋ, ਲਗਾਤਾਰ ਐਜੂਕੇਸ਼ਨ ਨਾਲ ਜੁੜੇ ਹੋਏ ਹੋ, ਤਾਂ ਜਿਹੜਾ ਡੰਗ ਟਪਾਉਣ ਦੀ ਰੀਤ ਉਹ ਕਿਸ ਤਰ੍ਹਾਂ ਡੰਗ ਟਪਾਇਆ ਕਿਸ ਤਰ੍ਹਾਂ ਜਾ ਰਿਹਾ ਜੀ? ਇਹ ਡੰਗ ਟਪਾਇਆ ਇਹ ਜਾ ਰਿਹਾ ਹੈ ਕਿ ਜਿਹੜੇ ਰੈਗੂਲਰ ਹੋ ਗਏ ਇਹਨਾਂ ਨੂੰ ਨਿਯਮਾਂ ਮੁਤਾਬਕ ਹਟਾਇਆ ਨਹੀਂ ਸੀ ਜਾ ਸਕਦਾ, ਨਹੀਂ ਸਰਕਾਰ ਨੇ ਇਹ ਹਟਾ ਦੇਣਾ ਸੀ। ਆਉਣ ਵਾਲੇ ਸਮੇਂ 'ਚ ਜਿਵੇਂ ਪਹਿਲਾਂ ਪੰਜਾਬ 'ਚ ਸ਼ੂਗਰ ਮਿੱਲਾਂ ਬਣਾ ਕੇ ਫਿਰ ਉਹ ਪ੍ਰਾਈਵੇਟ ਹੱਥਾਂ 'ਚ ਦਿੱਤੀਆਂ ਤੇ ਫਿਰ ਉਹਨਾਂ ਨੇ ਵੀ ਬੰਦ ਕਰਕੇ ਪਲਾਟ ਕੱਟ ਕੇ ਵੇਚਤੇ ਉੱਥੇ। ਮਤਲਬ ਇਹਦੇ ਵਿੱਚ ਐਦਾਂ ਹੀ ਹੋਏਗਾ। ਜਿਹੜੇ ਬੜੇ ਪੁਰਾਣੇ ਵੱਡੇ ਕਾਲਜ ਨੇ, ਸਰਕਾਰੀ ਯੂਨੀਵਰਸਿਟੀਆਂ ਨੇ, ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਸਰਕਾਰ ਵਿਧੀਵਤ ਤਰੀਕੇ ਨਾਲ, ਯੋਜਨਾਬੱਧ ਤਰੀਕੇ ਨਾਲ ਇਹਨਾਂ ਨੂੰ ਫੇਲ ਕਰਕੇ ਜਦੋਂ ਸਾਡੇ ਮੂੰਹੋਂ ਕਹਾਤਾ ਵੀ ਇਹਦੇ ਨਾਲ ਤਾਂ ਇਹਨਾਂ ਨੂੰ ਬੰਦ ਕਰ ਦਿਓ, ਫਿਰ ਇਹ ਬੰਦ ਹੋ ਜਾਣਗੇ। ਬੰਦ ਹੋਣ ਤੋਂ ਬਾਅਦ ਫਿਰ ਇਹ ਪ੍ਰਾਈਵੇਟ ਹੱਥਾਂ 'ਚ ਵੇਚ ਦਿੱਤੇ ਜਾਣਗੇ। ਜਿਵੇਂ ਨਹਿਰੀ ਵਿਸ਼ਰਾਮ ਘਰ ਵਿੱਚ ਵਿਕੇ ਨੇ ਨਾ, ਉਹਨਾਂ ਦਾ ਡਾਟਾ ਇਕੱਠਾ ਕਰਕੇ ਦੇਖੋ, ਉਹ ਸਾਰੇ ਦੇ ਸਾਰੇ ਨਹਿਰੀ ਵਿਸ਼ਰਾਮ ਘਰ ਜਾਂ ਤਾਂ MLA ਨੇ ਖਰੀਦੇ ਨੇ ਜਾਂ ਮੰਤਰੀਆਂ ਨੇ ਖਰੀਦੇ ਨੇ। ਫਿਰ ਇਹ ਸਾਰੇ ਕਾਲਜ ਐਦਾਂ ਵਿਕਣਗੇ ਤੇ ਐਦਾਂ ਵਿਕ ਕੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਫਿਰ ਇੱਥੇ ਕੋਈ ਹੋਟਲ ਖੁੱਲ੍ਹ ਜਾਣਗੇ। ਕਾਲਜ ਤਾਂ ਹੁਣ ਕਿੰਨੇ ਕੁ ਚੱਲਣਗੇ। ਮਤਲਬ ਜਿਵੇਂ ਮਹਿੰਦਰਾ ਕਾਲਜ ਦੀ ਐਡੀ ਪੁਰਾਣੀ ਬਿਲਡਿੰਗ ਹੈ, ਜੇ ਹੈਰੀਟੇਜ ਹੋਟਲ ਖੁੱਲ੍ਹੇ ਫਿਰ ਉਹ ਚੱਲ ਜੂਗਾ। ਤੇ ਇਸ ਤਰ੍ਹਾਂ ਹੀ ਪਹਿਲਾਂ ਦੇਖੋ 12 4 ਕਾਈ ਵੀ ਤਾਂ ਵਿਕੇ ਹੀ ਹੈ ਪਹਿਲਾਂ। ਮਤਲਬ ਮੈਨੂੰ ਇਹ ਖਦਸ਼ਾ ਹੈ ਕਿ ਇਹ ਯੋਜਨਾਬੱਧ ਤਰੀਕੇ ਨਾਲ ਐਦਾਂ ਦਾ ਇੱਕ ਸਿਸਟਮ ਹੈ ਤੇ ਉਹਦੇ ਵਿੱਚੋਂ ਸਰਕਾਰ ਨੂੰ ਲੱਗੂ ਵੀ ਹੁਣ ਖਾਲੀ ਪਈ ਬਿਲਡਿੰਗ ਦਾ ਹੋਰ ਕੀ ਕਰਨਾ ਹੈ, ਜਿਹੜਾ ਇਹਦਾ ਵਰਤੋਂ ਹੋ ਸਕਦੀ ਹੈ। ਕੌਡੀਆਂ ਦੇ ਭਾਅ ਆਪਦੇ ਬੰਦਿਆਂ ਨੂੰ ਵੇਚ ਦੇਣੇ ਨੇ ਤੇ ਉਹਦਾ ਫਾਇਦਾ ਸਰਕਾਰ ਨੇ ਲੈ ਲੈਣਾ ਤੇ ਜਿਹੜੇ ਸਮੇਂ ਦੇ ਹਾਕਮ ਹੋਣਗੇ ਉਹ ਆਪਦਾ ਹਿੱਸਾ ਲੈ ਜਾਣਗੇ। ਤੇ ਜਦੋਂ ਕਿ ਇਹ ਜਿਹੜੀ ਜਾਇਦਾਦ ਹੈ ਇਹ ਜਨਤਾ ਦੀ ਹੈ, ਇਹ ਪਬਲਿਕ ਦੀ ਜਾਇਦਾਦ ਹੈ ਤੇ ਪਬਲਿਕ ਦੀ ਜਾਇਦਾਦ ਵੇਚ ਕੇ ਆਨੰਦ ਲੈਣਗੇ। ਮੈਨੂੰ ਲੱਗ ਰਿਹਾ ਵੀ ਇੱਧਰ ਨੂੰ ਗੱਲ ਵੱਧ ਰਹੀ ਹੈ, ਜੋ ਮੈਨੂੰ ਤਾਂ ਇਹ ਲੱਗ ਰਿਹਾ ਜੀ। ਧਾਲੀਵਾਲ ਸਾਹਿਬ, ਤੁਸੀਂ ਸਮਾਂ ਦਿੱਤਾ, ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਥੈਂਕ ਯੂ। ਇਹ ਸਨ ਸਾਡੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ, ਜਿਨ੍ਹਾਂ ਨੇ ਬੜੀ ਵਡਮੁੱਲੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਤੱਕ ਪਹੁੰਚਾਈ। ਉਹਨਾਂ ਦੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਲੱਗੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ। ਨਾਲ ਦੀ ਨਾਲ ਇਸ ਮੁੱਦੇ ਤੇ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਹੋਵੇ ਤਾਂ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਤੇ ਰੱਖ ਸਕਦੇ ਹੋ। ਅਗਲੇ ਜਿਹੜੇ ਸ਼ਖਸੀਅਤ ਹੋਣਗੇ ਉਹਨਾਂ ਤੱਕ ਤੁਹਾਡਾ ਸਵਾਲ ਹੈ ਜਿਹੜਾ ਜ਼ਰੂਰ ਪਹੁੰਚਾਇਆ ਜਾਵੇਗਾ। ਇਸ ਅਪਡੇਟ ਦੇ ਵਿੱਚ ਇੰਨੀ, ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਬਨੇਰਾ TV। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ TV ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।